मेरा नाम रमनजीत कौर है। ਅੱਜ ਦਾ ਸਾਡਾ ਟੌਪਿਕ ਹੈ WTO ਐਂਡ ਇੰਡੀਆ ਟ੍ਰੇਡ ਪਾਲਿਸੀ। ਅੱਜ ਅਸੀਂ ਦੇਖਾਂਗੇ ਕਿ ਵਿਸ਼ਵ ਵਪਾਰ ਸੰਗਠਨ ਅਤੇ ਭਾਰਤੀ ਜਿਹੜੀ ਵਪਾਰ ਨੀਤੀ ਹੈ ਉਹ ਕਿਸ ਤਰ੍ਹਾਂ ਬਣੀ ਤੇ ਉਹ ਕਿਉਂ ਬਣਾਈ ਗਈ ਸਾਡੀ ਇੰਡੀਆ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਆਬਜੈਕਟਿਵਸ ਐਂਡ ਫਿਰ ਇੰਟਰੋਡਕਸ਼ਨ ਆਫ ਡਬਲਯੂ ਐਂਡ ਫਿਰ ਉਸ ਤੋਂ ਬਾਅਦ origin ਆਫ ਡਬਲਯੂ ਕਿ ਡਬਲਯੂ ਆ ਜਿਹੜਾ ਉਹਦਾ origin ਕਿਵੇਂ ਹੋਇਆ ਐਂਡ ਉਸ ਤੋਂ ਬਾਅਦ ਆਬਜੈਕਟਿਵਸ ਆਫ ਡਬਲਯੂਟੀਓ ਦੇ ਮੇਨ ਆਬਜੈਕਟਿਵਸ ਕੀ ਨੇ ਇਹਨੂੰ ਆਪਾਂ ਆਪਣੀ ਕੰਟਰੀ ਦੇ ਵਿੱਚ ਕਿਉਂ ਲੈ ਕੇ ਆਏ ਐਂਡ ਟ੍ਰੇਡ ਐਗਰੀਮੈਂਟਸ ਤੇ ਕਿਹੜੇ ਕਿਹੜੇ ਜਿਹੜੇ ਟ੍ਰੇਡ ਦੇ ਵਿੱਚ ਐਗਰੀਮੈਂਟਸ ਨੇ ਉਹ ਡਬਲਯੂਟੀਓ ਦੇ ਥਰੂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਅੰਡਰ ਹੁੰਦੇ ਨੇ ਐਂਡ ਡਬਲਯੂਟੀਓ ਐਂਡ ਇੰਡੀਆ ਕਿ ਇੰਡੀਆ ਦੇ ਵਿੱਚ ਡਬਲਯੂਟੀਓ ਦਾ ਕੀ ਰੋਲ ਹੈ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇੰਟਰੋਡਕਸ਼ਨ ਕਿ व्हाट इज WTO। ਤੁਹਾਨੂੰ ਪਤਾ ਹੈ ਕਿ ਆਪਣੀ ਜੋ ਹੈ ਪੂਰੇ ਵਰਲਡ ਦੇ ਵਿੱਚ ਇੰਟਰਨੈਸ਼ਨਲ ਟ੍ਰੇਡ ਹੁੰਦੀ ਹੈ। ਇੰਟਰਨੈਸ਼ਨਲ ਟ੍ਰੇਡ ਮੀਨਸ ਡਿਫਰੈਂਟ ਕੰਟਰੀਜ਼ ਨੇ ਜਿਹੜੀਆਂ ਉਹ ਡਿਫਰੈਂਟ ਕੰਟਰੀਜ਼ ਇੱਕ ਦੂਸਰੇ ਦੇ ਨਾਲ ਗੁड्स ਤੇ ਸਰਵਿਸਿਜ਼ ਨੂੰ ਕੀ ਕਰਦੀਆਂ ਨੇ ਐਕਸਚੇਂਜ ਕਰਦੀਆਂ ਨੇ ਗੁड्स ਤੇ ਸਰਵਿਸਿਜ਼ ਨੂੰ ਇੰਪੋਰਟ ਐਕਸਪੋਰਟ ਕਰਦੀਆਂ ਨੇ ਜਿਹਦੇ ਕਰਕੇ ਕਹਿੰਦੇ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਕਹਿੰਦੇ ਕਿਸੇ ਇੱਕ ਆਰਗੇਨਾਈਜੇਸ਼ਨ ਦਾ ਹੋਣਾ ਜ਼ਰੂਰੀ ਹੈ ਜੋ ਪਾਲਿਸੀਜ਼ ਬਣਾ ਸਕੇ ਰੂਲਸ ਬਣਾ ਸਕੇ। ਠੀਕ ਹੈ, ਐਂਡ ਐਗਰੀਮੈਂਟਸ ਉਹਨਾਂ ਦੇ ਕੰਟਰੀਆਂ ਦੇ ਵਿੱਚ ਹੋਣੇ ਜ਼ਰੂਰੀ ਨੇ ਜੋ ਕਿਹਦੇ ਥਰੂ ਹੁੰਦੇ ਨੇ WTO ਦੇ ਥਰੂ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਇੰਟਰੋਡਕਸ਼ਨ ਆਫ WTO। ਆਪਾਂ WTO ਦਾ ਮੇਨ ਰੋਲ ਕੀ ਹੈ ਤੇ WTO ਕੀ ਹੈ। ਕਹਿੰਦੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ ਆਪਣੀ WT ਹੈ ਇਹਦਾ ਨਾਮ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਇਜ਼ ਦਾ ਓਨਲੀ ਗਲੋਬਲ ਇੰਟਰਨੈਸ਼ਨਲ ਆਰਗੇਨਾਈਜੇਸ਼ਨ। ਕਹਿੰਦੇ ਇਹਨੂੰ ਗਲੋਬਲ ਲੈਵਲ ਤੇ ਬਣਾਈ ਗਈ ਇੱਕ ਆਰਗੇਨਾਈਜੇਸ਼ਨ ਕਿਹਾ ਜਾਂਦਾ ਹੈ ਕਿਉਂਕਿ ਇਹ ਗਲੋਬਲ ਲੈਵਲ ਤੇ ਵਰਕ ਕਰਦੀ ਆ ਵਿਚ ਫੈਸਿਲਿਟੇਟ ਦਾ ਫ੍ਰੀ ਫਲੋ ਆਫ ਗੁੱਡਸ ਐਂਡ ਸਰਵਿਸਿਜ਼ ਅਕ੍ਰੋਸ ਦਾ ਵਰਲਡ ਜਿਹਦੇ ਥਰੂ ਪੂਰੇ ਵਰਲਡ ਦੇ ਵਿੱਚ ਗੁੱਡਸ ਐਂਡ ਸਰਵਿਸਿਜ਼ ਨੂੰ ਐਕਸਚੇਂਜ ਕੀਤਾ ਜਾਂਦਾ ਹੈ ਫ੍ਰੀ ਫਲੋ ਬਿਨਾਂ ਰਿਸਟ੍ਰਿਕਸ਼ਨਸ ਤੋਂ। ਠੀਕ ਹੈ, ਐਂਡ ਬਾਈ ਸੈਟਿੰਗ ਦ ਰੂਲਸ ਆਫ ਟ੍ਰੇਡ ਅਮੰਗ ਨੇਸ਼ਨਸ। ਕਹਿੰਦੇ ਨੇਸ਼ਨਸ ਨੇ ਜਿਹੜੀਆਂ ਡਿਫਰੈਂਟ ਉਹਨਾਂ ਦੇ ਵਿੱਚ ਕਹਿੰਦੇ ਜਿਹੜੇ ਰੂਲਸ ਰੈਗੂਲੇਸ਼ਨਸ ਨੇ ਉਹਨਾਂ ਨੂੰ ਸੈਟ ਕੌਣ ਕਰਦਾ ਹੈ WTO ਕਰਦੀ ਆ। ਉਹਨਾਂ ਰੂਲਸ ਤੇ ਪਾਲਿਸੀਜ਼ ਦੇ ਅੰਡਰ ਹੀ ਜਿਹੜੀਆਂ ਡਿਫਰੈਂਟ ਨੇਸ਼ਨਸ ਨੇ ਇੱਕ ਦੂਸਰੇ ਦੇ ਨਾਲ ਗੁੱਡਸ ਐਂਡ ਸਰਵਿਸਿਜ਼ ਦਾ ਐਕਸਚੇਂਜ ਕਰਦੀਆਂ ਨੇ। ਇਟ ਕਮਸ ਇਨਟੂ ਐਗਜ਼ਿਸਟੈਂਸ ਔਨ 1 January 1995 as a result of eighth round of gate negotiations called the Uruguay round। ਕਹਿੰਦੇ ਇਹਦੀ ਜਿਹੜਾ origin ਸੀਗਾ ਇਹ ਗੇਟ ਤੋਂ ਹੋਇਆ। ਗੇਟ ਦੀ ਜਿਹੜੀ ਕਾਨਫਰੰਸ ਸੀਗੀ ਰਾਉਂਡ ਸੀ ਕਾਨਫਰੰਸ ਰਾਉਂਡ ਗੇਟ ਦਾ 8th ਕਾਨਫਰੰਸ ਰਾਉਂਡ ਸੀਗਾ ਜਿਹੜਾ ਆਪਣਾ ਬਿਠਾਇਆ ਗਿਆ ਸੀਗਾ। ਠੀਕ ਹੈ, ਜਨੇਵਾ ਦੇ ਵਿੱਚ। ਤਾਂ ਜਨੇਵਾ ਦੇ ਵਿੱਚ ਜਦੋਂ ਕਹਿੰਦੇ 8 ਜਿਹੜਾ ਰਾਉਂਡ ਆਫ ਗੇਟ ਸੀਗਾ ਜਦੋਂ ਉਹ ਚੱਲ ਰਿਹਾ ਸੀਗਾ ਤਾਂ ਉਦੋਂ ਹੀ ਕਹਿੰਦੇ ਉਹ ਚੱਲ ਰਿਹਾ ਸੀ ਆਪਣਾ 1994 ਤੱਕ ਤੇ ਉਸ ਤੋਂ ਬਾਅਦ ਕਹਿੰਦੇ ਗੇਟ ਨੂੰ ਰਿਪਲੇਸ ਕੀਤਾ ਗਿਆ 8 ਰਾਉਂਡ ਤੋਂ ਬਾਅਦ ਕਿਹਦੇ ਨਾਲ WTO ਦੇ ਨਾਲ। ਕਹਿੰਦੇ ਗੇਟ ਨੂੰ ਰਿਪਲੇਸ ਕਰਕੇ ਉਹਨੂੰ ਨਾਮ ਦੇ ਦਿੱਤਾ WTO। ਠੀਕ ਹੈ, ਰਿਪਲੇਸਿੰਗ ਦਾ ਗੇਟ ਐਗਰੀਮੈਂਟ ਐਜ਼ ਅ ਗਲੋਬਲ ਆਰਗੇਨਾਈਜੇਸ਼ਨ। ਕਹਿੰਦੇ ਜਿਵੇਂ ਕਿ ਗੇਟ ਗਲੋਬਲ ਆਰਗੇਨਾਈਜੇਸ਼ਨ ਸੀ ਉਸੇ ਤਰ੍ਹਾਂ WTO ਵੀ ਕੀ ਆ ਗਲੋਬਲ ਆਰਗੇਨਾਈਜੇਸ਼ਨ ਹੈ। ਐਂਡ ਕਹਿੰਦੇ ਇਹਦੀਆਂ 164 ਕੰਟਰੀਜ਼ ਨੇ ਜਿਹੜੀਆਂ WTO ਦੀਆਂ ਉਹ ਮੈਂਬਰਸ ਨੇ। ਠੀਕ ਹੈ, ਉਹ 29 ਆਪਣਾ 22 ਤੱਕ ਜੇ ਆਪਾਂ ਗੱਲ ਕਰੀਏ ਹੁਣ 2022 ਤੱਕ 164 ਕੰਟਰੀਜ਼ ਸੀਗੀਆਂ ਜਿਹੜੀਆਂ ਮੈਂਬਰ ਸੀਗੀਆਂ। ਠੀਕ ਹੈ, ਐਂਡ ਉਸ ਤੋਂ ਬਾਅਦ 22 ਅਬਜ਼ਰਵਰ ਸਟੇਟਸ ਤੇ ਜਿਹੜੀਆਂ 22 ਸਟੇਟਸ ਨੇ ਉਹ ਇਹਨੂੰ ਅਬਜ਼ਰਵ ਕਰਦੀਆਂ ਨੇ ਜਿਹੜੀਆਂ ਕਹਿੰਦੇ being the newest members who joined the WTO in early 2016 as 164 members। It was established mainly with the same goal as the GATE agreement। ਕਹਿੰਦੇ ਜਦੋਂ ਗੇਟ ਤੋਂ ਰਿਪਲੇਸ ਕਰਕੇ WTO ਲਿਖਿਆ ਸੀ ਤਾਂ ਮੇਨ ਜੋ ਐਗਰੀਮੈਂਟ ਗੇਟ ਦੇ ਵਿੱਚ ਹੁੰਦਾ ਸੀ ਉਹੀ ਸੇਮ ਪ੍ਰੋਸੀਜਰ ਸਾਰਾ WTO ਦੇ ਵਿੱਚ ਆ। What has more power than its
प्रीडिशियस कहते लेकिन गेट तो की है WTO मोर स्ट्रोंगर एंड पावरफुल है WTO हैज वाइडर रिस्पॉन्सिबिलिटी ऑफ सेटिंग न्यू रूल्स ऑफ ट्रेडिंग गुड्स एंड सर्विसेज कहते WTO को यह जी अपनी पावर ते स्पैशलिटी है रिस्पॉन्सिबिलिटी है जिहदे थ्रू गुड्स एंड सर्विसेज की जो ट्रेड होंदी आ तां ओहदे जिहड़े न्यू रूल्स ने वो अप्लाई किए जा सकते हैं इंटरनेशनल इन्वेस्टमेंट एंड प्रोटेक्शन ऑफ इंटलैक्चुअल प्रॉपर्टी राइट कहते ये ਜਿਹੜੇ अपने रूल्स बनते हैं इंटरनेशनल इन्वेस्टमेंट या इंटलैक्चुअल प्रॉपर्टी राइट ते जो भी एग्रीमेंट्स होंगे वो भी साइन किए जाते हैं द बेसिक ऑब्जेक्टिव्स ऑफ WTO जे आप बेसिक ऑब्जेक्टिव देखिए तो WTO का की है to increase the global income as a result of increasing trade कि ਜਿਹੜੀ ट्रेड है डिफरेंट कंट्रीज ਦੇ ਵਿੱਚ ਉਹਨਾਂ ਨੂੰ ਇਨਕਰੀਜ਼ ਕਰਕੇ ਜਿਹੜੀ ਕੰਟਰੀਜ਼ ਦੀ ਗਲੋਬਲ ਇਨਕਮ ਹੈ ਉਹਨੂੰ ਕੀ ਕਰਨਾ ਇਨਕਰੀਜ਼ ਕਰਨਾ ਐਂਡ ਦ ਓਵਰਆਲ ਇਨਹਾਂਸਮੈਂਟ ਆਫ ਪ੍ਰੋਸਪੈਰਿਟੀ ਲੈਵਲ ਆਫ ਦਾ ਮੈਂਬਰ ਸਟੇਟ ਤੇ WTO ਦੀਆਂ ਜਿੰਨੀਆਂ ਵੀ ਮੈਂਬਰ ਸਟੇਟ ਨੇ ਉਹਨਾਂ ਨੂੰ ਪ੍ਰੋਗਰੈਸਿਵ ਬਣਾਉਣਾ ਉਹਨਾਂ ਦੇ ਵਿੱਚ ਤਰੱਕੀ ਲੈ ਕੇ ਆਉਣੀ ਇਹ ਕੀ ਆ ਮੇਨ ਰੋਲ ਹੈ WTO ਦਾ ਤਾਂ ਉਸ ਤੋਂ ਬਾਅਦ ਹੈ origin of WTO ਕਿ WTO ਦਾ ਜਿਹੜਾ origin ਹੈ ਉਹ ਕਿੱਦਾਂ ਹੋਇਆ ਤਾਂ ਇੱਥੇ ਕਹਿੰਦੇ ਬ੍ਰਿਟਨ ਵੁੱਡ ਕਾਨਫਰੰਸ ਸੀਗੀ ਜਿਹੜੀ ਆਪਾਂ ਗੱਲ ਕਰੀਏ ਦਾ ਬ੍ਰਿਟਨ ਵੁੱਡ ਕਾਨਫਰੰਸ ਆਫੀਸ਼ੀਅਲੀ ਨਾਊਨ ਐਜ਼ ਯੂਨਾਈਟਿਡ ਨੇਸ਼ਨ ਮੋਨਿਟਰੀ ਐਂਡ ਫਾਈਨੈਂਸ਼ੀਅਲ ਕਾਨਫਰੰਸ ਕਹਿੰਦੇ ਜਿਹੜੀ ਸੀਗੀ ਆਪਣੀ 44 ਦੇ ਵਿੱਚ ਬ੍ਰਿਟਨ ਵੁੱਡ ਕਾਨਫਰੰਸ ਆਫੀਸ਼ੀਅਲੀ ਜਿਹਨੂੰ ਆਪਾਂ ਕੀ ਕਹਿੰਦੇ ਯੂਨਾਈਟਿਡ ਨੇਸ਼ਨ ਮੋਨਿਟਰੀ ਐਂਡ ਫਾਈਨੈਂਸ਼ੀਅਲ ਕਾਨਫਰੰਸ ਕਹਿੰਦੇ ਆ ਵਾਸ ਗੈਦਰਿੰਗ of delegates from 44 nations that meet from July 1 to 22 ਕਹਿੰਦੇ ਇਹਦੇ ਵਿੱਚ 1 ਜੁਲਾਈ ਤੋਂ 22 ਤੱਕ ਜਿਹੜੀਆਂ 44 ਨੇਸ਼ਨ ਸੀਗੀਆਂ ਉਹ ਇਕੱਠੀਆਂ ਹੋਈਆਂ ਸੀਗੀਆਂ ਕਹਿੰਦੇ 1944 in Britain Woods ਦੇ ਵਿੱਚ their major creations of the conferences ਆ ਤਾਂ ਉਹਨਾਂ ਨੇ 3 ਮੇਜਰ ਜਿਹੜੀਆਂ ਸੀਗੀਆਂ ਆਪਣੀਆਂ ਕ੍ਰੀਏਸ਼ਨਸ ਬਣਾਈਆਂ ਸੀ ਕਾਨਫਰੰਸ ਦੇ ਵਿੱਚ ਕਿਹੜੀਆਂ ਕ੍ਰੀਏਸ਼ਨ ਸੀਗੀਆਂ ਇਹਨਾਂ ਦੀਆਂ 44 members दियां the first is international monetary fund जिन्हों आप IMF भी कहने हैं जिहदे थ्रू अपना है जो मनी उदी सप्लाई की जाती है इंटरनेशनल मॉनेटरी फंड एंड द नेक्स्ट इज द इंटरनेशनल बैंक ऑफ रिकंस्ट्रक्शन एंड डेवलपमेंट ठीक है प्रॉपरली नाउन एज जिन्हों आप वर्ल्ड बैंक भी कहते हैं क्योंकि वर्ल्ड बैंक के थ्रू इंटरनेशनल बैंक ऑफ रिकंस्ट्रक्शन एंड रिकंस्ट्रक्शन की जाती है ते डेवलपमेंट की जाती है जिन्होंने IBRD बोलते हैं एंड द थर्ड कहते केड़ी क्रिएशन सीगी अपनी ब्रिटेन वुड्स दी जो 1944 दे विच बनाई सी 44 कंट्रीज के थ्रू दैट इज अ इंटरनेशनल ट्रेड ऑर्गेनाइजेशन थर्ड इज अ इंटरनेशनल ट्रेड ऑर्गेनाइजेशन द फर्स्ट सीगी अपनी इंटरनेशनल मॉनेटरी फंड एंड इंटरनेशनल बैंक ऑफ रिकंस्ट्रक्शन एंड डेवलपमेंट comes into force of December 1947 ਦੇ ਵਿੱਚ ਬਣੀ ਸੀਗੀ the international trade organizations could not come into existence as its charter was never approved by the Senate of United States of America ਕਹਿੰਦੇ ਕੋਈ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਇੰਟਰਨੈਸ਼ਨਲ ਟ੍ਰੇਡ ਨਹੀਂ ਕਰ ਸਕਦੀਆਂ ਅਗਰ ਇਹ ਚਾਰਟ ਆ ਜਿਹੜਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੁਆਰਾ ਅਪਰੂਵਲ ਨਹੀਂ ਕੀਤਾ ਜਾ ਸਕਦਾ and the general agreement on tariff and trade ਜਿਹਨੂੰ ਆਪਾਂ ਗੇਟ ਬੋਲਦੇ ਆ ਜੋ WTO ਤੋਂ ਪਹਿਲਾਂ ਸੀ ਜਿੱਥੋਂ ਆਪਣਾ WTO ਦਾ origin ਹੋਇਆ ਕਹਿੰਦੇ ਜਿਹੜਾ ਗੇਟ ਸੀਗਾ ਜਿਹਦੇ ਥਰੂ ਟੈਰਿਫ ਤੇ ਟ੍ਰੇਡ ਫਿਕਸ ਕੀਤੀ ਜਾਂਦੀ ਸੀ ਕਮ ਇਨਟੂ ਐਗਜ਼ਿਸਟੈਂਸ ਇਨ ਦਾ ਜਨੇਵਾ ਦੇ ਵਿੱਚ ਸੀ ਕਹਿੰਦੇ 1947 ਦੇ ਵਿੱਚ ਕਹਿੰਦੇ 23 countries included India were the founder member of GATE ਕਹਿੰਦੇ ਉਦੋਂ 23 ਜਿਹੜੀਆਂ ਕੰਟਰੀਜ਼ ਸੀਗੀਆਂ ਉਹ ਮੈਂਬਰ ਸੀਗੀਆਂ ਗੇਟ ਦੀਆਂ ਤੇ ਇੰਡੀਆ ਨੂੰ ਕੀ ਕਿਹਾ ਜਾਂਦਾ ਹੈ ਫਾਊਂਡਰ ਆਫ ਦਾ ਮੈਂਬਰ ਆਫ ਗੇਟ ਕਿਹਾ ਜਾਂਦਾ ਹੈ GATE was not an official organization which could not enforce the decisions ਕਹਿੰਦੇ ਸਿਰਫ GATE ਦਾ ਜੋ decision ਸੀ GATE ਕਹਿੰਦੇ officially organization ਨਹੀਂ ਕਿ ਜੋ ਪੂਰਾ decision ਲੈ ਸਕੇ it was just an agreement between the members countries that were involved in the international trade just ਕਹਿੰਦੇ ਪਾਸ ਕੀਤਾ ਜਾਂਦਾ ਗੇਟ ਦੇ ਵਿੱਚ ਐਗਰੀਮੈਂਟ ਜੋ ਵੀ ਡਿਫਰੈਂਟ ਮੈਂਬਰਸ ਕੰਟਰੀਜ਼ ਹੁੰਦੀਆਂ ਨੇ ਉਹਨਾਂ ਦੇ ਥਰੂ the main purpose of gate was to reduce tariff and non tariff barriers ਕਹਿੰਦੇ WTO ਤੋਂ ਪਹਿਲਾਂ ਜਿਹੜਾ ਗੇਟ ਸੀਗਾ ਉਹਦਾ ਮੇਨ ਮੋਟਿਵ ਕੀ ਸੀਗਾ ਕਿ ਜਦੋਂ ਡਿਫਰੈਂਟ ਕੰਟਰੀਜ਼ ਦੇ ਵਿੱਚ ਨੇਸ਼ਨਸ ਦੇ ਵਿੱਚ ਟ੍ਰੇਡ ਹੋ ਰਹੀ ਹੈ ਤਾਂ ਉਹਨਾਂ ਦੇ ਵਿੱਚ ਟੈਰਿਫ ਨੂੰ ਰਿਡਿਊਸ ਕਰਨਾ ਤੇ ਨਾਨ ਟੈਰਿਫ ਬੈਰੀਅਰਸ ਨੂੰ ਠੀਕ ਹੈ
ਜਿਹਦੇ ਥਰੂ ਫ੍ਰੀ ਟ੍ਰੇਡ ਹੋ ਸਕੇ, ਬੈਰੀਅਰਸ ਐਂਡ ਐਲੀਮੀਨੇਟ ਡਿਸਕ੍ਰਿਮੀਨੇਸ਼ਨ ਇਨ ਦਾ ਇੰਟਰਨੈਸ਼ਨਲ ਟ੍ਰੇਡ। The aim of GATE was expansion of the volume of international trade। ਫਸਟ ਏਮ ਕੀ ਸੀਗਾ ਆਪਣਾ ਗੇਟ ਦਾ ਕਿ ਜਿਹੜਾ ਵੋਲਿਊਮ ਆਫ ਇੰਟਰਨੈਸ਼ਨਲ ਟ੍ਰੇਡ ਆ ਉਹਨੂੰ ਇਨਕਰੀਜ਼ ਕੀਤਾ ਜਾਵੇ। ਸੈਕੰਡ, ਇਨਕਰੀਜ਼ ਇਨ ਦਾ ਵਰਲਡ ਪ੍ਰੋਡਕਸ਼ਨ। ਜਦੋਂ ਹੁਣ ਐਕਸਪੋਰਟ ਇੰਪੋਰਟ ਹੋਏਗਾ ਉਹਦੇ ਥਰੂ ਪੂਰੇ ਵਰਲਡ ਦੀ ਡਿਫਰੈਂਟ ਨੇਸ਼ਨਸ ਦੀ ਜਿਹੜੀ ਪ੍ਰੋਡਕਸ਼ਨ ਉਹਦੀ ਕੀ ਹੋਏਗੀ, ਇਨਕਰੀਜ਼ ਹੋਏਗੀ। ਪ੍ਰੋਡਕਸ਼ਨ ਐਂਡ ਪ੍ਰੋਡਕਟਿਵਿਟੀ, ਡਿਵੈਲਪਮੈਂਟ ਐਂਡ ਫੁੱਲ ਯੂਟਿਲਾਈਜੇਸ਼ਨ ਆਫ ਰਿਸੋਰਸਿਸ। ਜਿਹੜੀ ਕੰਟਰੀ ਜਿਸ ਚੀਜ਼ ਦੇ ਵਿੱਚ ਸਪੈਸ਼ਲਾਈਜੇਸ਼ਨ ਗੇਨ ਕਰਦੀ ਆ ਉਹ ਉਸ ਦੀ ਪ੍ਰੋਡਕਸ਼ਨ ਕਰਕੇ ਸਰਪਲਸ ਨੂੰ ਦੂਸਰੀ ਦੇ ਵਿੱਚ ਸੇਲ ਕਰ ਸਕਦੀ ਆ। ਦੈਨ ਕਹਿੰਦੇ ਕੀ ਹੋਏਗਾ, ਯੂਟਿਲਾਈਜੇਸ਼ਨ ਆਫ ਨੈਚੁਰਲ ਰਿਸੋਰਸਿਸ ਹੋਏਗੀ ਜੋ ਉਹਨਾਂ ਕੋਲ ਐਕਸਟਰਾ ਪੈ ਨੇ, ਜ਼ਿਆਦਾ ਕੁਆਂਟੀਟੀ ਦੇ ਵਿੱਚ ਪੈ ਨੇ। ਐਂਡ ਇੰਪਰੂਵ ਸਟੈਂਡਰਡ ਆਫ ਲਿਵਿੰਗ ਆਫ ਦਾ ਵਰਲਡ ਕਮਿਊਨਿਟੀ ਐਜ਼ ਅ ਹੋਲ। ਤੇ ਪੂਰੀ ਜਿਹੜੀ ਆਪਣੀ ਇਕੋਨਮੀ ਹੈ, ਵਰਲਡ ਕਮਿਊਨਿਟੀ ਹੈ, ਉਹਨੂੰ ਇਕੱਠੇ ਹੀ ਕੀ ਕਰਨਾ, ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਨੂੰ ਉੱਚਾ ਚੱਕਣਾ, ਸਟੇਟਸ ਬਣਾਉਣਾ। ਥੀਸ ਆਰ ਦਾ ਮੇਨ ਏਮ ਆਫ ਗੇਟ। ਐਂਡ ਉਸ ਤੋਂ ਬਾਅਦ ਕੀ ਸੀਗਾ, ਗੇਟ ਇਜ਼ ਬੇਸਡ ਔਨ ਦਾ ਫੋਲੋਇੰਗ ਫੰਡਾਮੈਂਟਲ ਪ੍ਰਿੰਸੀਪਲਸ। 3 ਜਿਹੜੇ ਪ੍ਰਿੰਸੀਪਲ ਸੀਗੇ ਉਹ ਗੇਟ ਦੇ ਵਿੱਚ ਫੋਲੋ ਕੀਤੇ ਜਾਂਦੇ ਸੀ। ਫਸਟ ਇਜ਼ ਟ੍ਰੇਡ ਸ਼ੁੱਡ ਬੀ ਕੰਡਕਟਡ ਇਨ ਦਾ ਨਾਨ ਡਿਸਕ੍ਰਿਮੀਨੇਸ਼ਨਰੀ ਵੇ, ਕਿ ਡਿਫਰੈਂਟ ਨੇਸ਼ਨਸ ਦੇ ਵਿੱਚ ਜਦੋਂ ਵੀ ਕਹਿੰਦੇ ਟ੍ਰੇਡ ਹੋ ਰਹੀ ਹੈ ਤਾਂ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਸਕ੍ਰਿਮੀਨੇਸ਼ਨ ਨਾ ਹੋਵੇ। ਐਂਡ ਦਾ ਸੈਕੰਡ ਇਜ਼ ਐਲੀਮੀਨੇਸ਼ਨ ਆਫ ਨਾਨ ਟੈਰਿਫ ਬੈਰੀਅਰਸ। ਨਾਨ ਟੈਰਿਫ ਬੈਰੀਅਰਸ ਨੇ ਜਿਹੜੀ ਉਹਨਾਂ ਨੂੰ ਘਟਾਇਆ ਜਾਵੇ। ਡਿਸਐਗਰੀਮੈਂਟ ਸ਼ੁੱਡ ਬੀ ਰਿਸੋਲਵਡ ਥਰੂ ਕੰਸੂਲਟੇਸ਼ਨਸ। ਠੀਕ ਹੈ, ਡਿਸਐਗਰੀਮੈਂਟਸ ਨੇ ਜਿਹੜੇ ਉਹਨਾਂ ਨੂੰ ਸੋਲਵ ਕੀਤਾ ਜਾਵੇ, ਰੀਸੋਲਵ ਕੀਤਾ ਜਾਵੇ ਕੰਸਲਟੇਸ਼ਨ ਦੇ ਥਰੂ। ਐਜ਼ ਪਰ ਮੈਂਡੇਟ, ਗੇਟ ਪ੍ਰੋਗਰੈਸਡ ਐਂਡ expanded its scope in the terms of area covered by the series of trade rounds। ਕਹਿੰਦੇ ਡਿਫਰੈਂਟ ਟ੍ਰੇਡ ਰਾਉਂਡਸ ਨੇ ਜਿਹੜੇ ਚੱਲਦੇ ਰਹੇ ਤੇ ਗੇਟ ਦਾ ਜਿਹੜਾ ਪ੍ਰੋਸੀਜਰ ਸੀ, ਵਰਕ ਵੀ ਜਿਹੜਾ ਚੱਲਦਾ ਰਿਹਾ 8th ਰਾਉਂਡ ਤੱਕ। ਠੀਕ ਹੈ, ਤਾਂ 8th ਰਾਉਂਡ ਤੋਂ ਬਾਅਦ ਕੀ ਹੋਇਆ ਆਪਾਂ ਦੇਖ ਸਕਦੇ ਹਾਂ। ਐਂਡ ਦਾ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਓਰੀਜਨ ਆਫ WTO। ਹੁਣ ਗੇਟ ਤੋਂ ਬਾਅਦ ਆਪਣੀ ਜਿਹੜੀ ਓਰੀਜਨ ਹੈ WTO ਦਾ ਕੀ ਹੋਇਆ, ਦਾ ਨੈਗੋਟੀਏਸ਼ਨਸ ਰਾਉਂਡ ਆਫ ਗੇਟ ਐਂਡ ਵਰਲਡ ਟ੍ਰੇਡ ਆਰਗੇਨਾਈਜੇਸ਼ਨਸ। ਤਾਂ ਇਹ ਗੇਟ ਦੇ ਰਾਉਂਡ ਦੱਸੇ ਹੋਏ ਨੇ ਸਾਰੇ। ਠੀਕ ਹੈ, ਕਾਨਫਰੰਸਿਸ ਦੱਸੀਆਂ ਹੋਈਆਂ ਨੇ। ਆਫਟਰ ਦਾ ਕਹਿੰਦੇ 18 ਰਾਉਂਡ ਮੀਟਿੰਗ ਆਫ ਗੇਟ ਇਨ ਉਰੂਗਵੇ, 123 ਮੈਂਬਰਸ ਕੰਟਰੀਜ਼ ਜਦੋਂ ਐਗਰੀ ਕੀਤਾ ਗਿਆ ਐਸਟੈਬਲਿਸ਼ ਅ ਟ੍ਰੇਡ ਆਰਗੇਨਾਈਜੇਸ਼ਨ। ਟ੍ਰੇਡ ਆਰਗੇਨਾਈਜੇਸ਼ਨ ਨੂੰ ਐਸਟੈਬਲਿਸ਼ ਕੀਤਾ, ਜਿਹਦੇ ਰਿਜ਼ਲਟ ਕੀ ਸੀਗਾ, WTO ਵਾਸ ਐਸਟੈਬਲਿਸ਼ਡ ਇਨ 1 ਜਨ 1995। 1995 ਦੇ ਵਿੱਚ ਕੀ ਹੈ ਜਿਹੜੀ ਆਪਣੀ ਜਿਹੜੀ WTO ਦੀ ਆਰਗੇਨਾਈਜੇਸ਼ਨ ਹੋਈ। ਹੈਡਕੁਆਟਰ ਸੀਗਾ ਜਿਹੜਾ ਇਹ ਜਨੇਵਾ ਦੇ ਵਿੱਚ ਸੈੱਟ ਕੀਤਾ ਗਿਆ, ਕਿਉਂਕਿ ਗੇਟ ਵੀ ਜਨੇਵਾ ਦੇ ਵਿੱਚ ਹੀ ਬਣੇ ਸੀ। ਜਨੇਵਾ ਹੈ ਸਵਿਟਜ਼ਰਲੈਂਡ ਦੇ ਵਿੱਚ। and Doha developed round 2001 was the first round under the WTO। ਤੇ WTO ਦਾ ਫਰਸਟ ਰਾਉਂਡ 2001 ਦੇ ਵਿੱਚ ਸਟਾਰਟ ਹੋਇਆ। ਪਹਿਲੇ ਜੋ ਹੈ ਉੱਪਰ ਵਾਲੇ 8 ਰਾਉਂਡਸ ਉਹ ਕਿਹਦੇ ਨੇ, ਆਪਣੇ ਗੇਟ ਦੇ ਨੇ, ਜਿਨ੍ਹਾਂ ਦੇ ਥਰੂ ਜਿਹੜਾ ਹੈ ਆਪਣਾ WTO ਦਾ ਓਰੀਜਨ ਹੋਇਆ। ਤਾਂ ਇਹ ਆਪਾਂ 8 ਰਾਉਂਡਸ ਦੀ ਗੱਲ ਕਰਦੇ ਹਾਂ, ਜਿਹੜਾ ਕਿਸ ਤੋਂ ਕਿੰਨੇ ਈਅਰਸ ਤੱਕ ਰਿਹਾ। ਠੀਕ ਹੈ, ਗੇਟ ਦੇ ਅੰਡਰ। ਤਾਂ ਗੇਟ ਵੀ ਇੱਕ ਆਪਣੀ ਟ੍ਰੇਡ ਆਰਗੇਨਾਈਜੇਸ਼ਨ ਸੀਗੀ। ਤਾਂ ਪਹਿਲਾਂ ਗੇਟ ਦਾ ਪ੍ਰੋਸੀਜਰ ਦੇਖ ਲੈਂਦੇ ਹਾਂ, ਕਿਉਂਕਿ 8th ਰਾਉਂਡ ਤੋਂ ਬਾਅਦ ਹੀ ਜਿਹੜਾ ਹੈ 8th ਰਾਉਂਡ ਦੇ ਵਿੱਚ ਆਪਣਾ WTO ਦੀ ਡਿਵੈਲਪਮੈਂਟ ਹੋਈ। ਤਾਂ ਫਸਟ ਇਜ਼ ਕਹਿੰਦੇ ਈਅਰਸ ਦੱਸੇ ਹੋਏ ਨੇ, ਪਲੇਸ ਔਰ ਨੇਮ ਆਫ ਰਾਉਂਡ ਦੱਸੇ ਹੋਏ ਨੇ, ਮੇਨ ਸਬਜੈਕਟਸ, ਮੇਨ ਏਮ ਮੀਨਸ ਮੇਨ ਆਬਜੈਕਟਿਵਸ ਕੀ ਸੀਗਾ ਇਹਨਾਂ ਰਾਉਂਡਸ ਦਾ। ਐਂਡ ਨੰਬਰ ਆਫ ਕੰਟਰੀਜ਼ ਇਨਵੋਲਵਡ, ਕਿ ਕਿੰਨੀਆਂ ਜਿਹੜੀਆਂ ਕੰਟਰੀਜ਼ ਸੀਗੀਆਂ ਇਹਨਾਂ ਦੇ ਵਿੱਚ ਇਨਵੋਲਵ ਸੀਗੀਆਂ। ਦਾ ਫਸਟ ਇਜ਼ ਆ ਕਹਿੰਦੇ ਫਸਟ ਰਾਉਂਡ ਸੀਗਾ ਜਿਹੜਾ ਗੇਟ ਦਾ ਉਹ ਸੀਗਾ 1947, ਕਿਉਂਕਿ 1947 ਦੇ ਵਿੱਚ ਗੇਟ ਜਿਹੜੇ ਸੀਗੀ ਉਹ ਆਰਗੇਨਾਈਜੇਸ਼ਨ ਬਣੀ। ਠੀਕ ਹੈ, ਪੂਰੇ ਵਰਲਡ ਦੇ ਵਿੱਚ ਕਹਿੰਦੇ ਫ੍ਰੀ ਫਲੋ ਆਫ ਗੁੱਡਸ ਐਂਡ ਸਰਵਿਸਿਜ਼ ਦੇ ਲਈ। ਠੀਕ ਹੈ, ਟੈਰਿਫ ਬੈਰੀਅਰਸ ਤੇ ਨਾਨ ਟੈਰਿਫ ਬੈਰੀਅਰਸ ਨੂੰ ਰਿਮੂਵ ਕਰਨ ਦੇ ਲਈ, ਐਲੀਮੀਨੇਟ ਕਰਨ ਦੇ ਲਈ। ਠੀਕ ਹੈ, ਪ੍ਰੋਸਪੈਰਿਟੀ ਦੇ ਲਈ, ਪੂਰੀ ਵਰਲਡ ਦੀ ਨੇਸ਼ਨਸ ਦੇ ਲਈ, ਪ੍ਰੋਡਕਟਿਵਿਟੀ ਇਨਕਰੀਜ਼ ਕਰਨ ਦੇ ਲਈ। ਤਾਂ ਫਸਟ ਕਹਿੰਦੇ ਜਿਹੜਾ ਰਾਉਂਡ ਸੀਗਾ ਦੈਟ ਇਜ਼ 1947। ਉਦੋਂ ਕਹਿੰਦੇ ਜਨੇਵਾ ਦੇ ਵਿੱਚ ਕਹਿੰਦੇ ਫਸਟ ਰਾਉਂਡ ਹੋਈ ਸੀਗੀ ਆਪਣੀ ਮੀਟਿੰਗ ਕਾਨਫਰੰਸ, ਜਿਹਦੇ ਵਿੱਚ ਕਹਿੰਦੇ ਆਪਣੀ ਗੇਟ ਦੀ ਆਪਣਾ ਆਰਗੇਨਾਈਜੇਸ਼ਨ ਬਣੀ ਸੀ, ਗੇਟ ਆਰਗੇਨਾਈਜੇਸ਼ਨ। ਐਂਡ ਮੇਨ ਆਬਜੈਕਟਿਵ ਕੀ ਸੀਗਾ ਗੇਟ ਆਰਗੇਨਾਈਜੇਸ਼ਨ ਦਾ, ਟੈਰਿਫ ਰਿਡਕਸ਼ਨਸ, ਕਿ ਟੈਰਿਫ ਤੇ ਨਾਨ ਟੈਰਿਫ ਬੈਰੀਅਰਸ ਨੇ ਜਿਹੜੀਆਂ ਉਹਨਾਂ ਨੂੰ ਐਲੀਮੀਨੇਟ ਕੀਤਾ ਜਾਵੇ। ਤਾਂ ਉਸ ਟਾਈਮ ਕਹਿੰਦੇ ਕਿੰਨੀਆਂ ਕੰਟਰੀਜ਼ ਮੈਂਬਰ ਸੀਗੀਆਂ ਇਹਨਾਂ ਦੀਆਂ, 23 ਕੰਟਰੀਜ਼ ਸੀਗੀਆਂ ਜਿਹੜੀਆਂ ਇਹਨਾਂ ਦੀਆਂ ਮੈਂਬਰ ਸੀਗੀਆਂ। ਉਸ ਤੋਂ ਬਾਅਦ ਕਹਿੰਦੇ ਸੈਕੰਡ ਰਾਉਂਡ ਕਾਨਫਰੰਸ ਹੋਈ 1949 ਦੇ ਵਿੱਚ। ਕਹਿੰਦੇ ਕਿੱਥੇ ਹੋਈ ਸੀਗੀ ਇਹ, NEC ਦੇ ਵਿੱਚ ਹੋਈ ਸੀਗੀ। ਇਹਦਾ ਮੇਨ ਏਮ ਵੀ ਕੀ ਸੀਗਾ, ਟੈਰਿਫ ਰਿਡਕਸ਼ਨਸ, ਕਿ ਟੈਰਿਫ ਬੈਰੀਅਰਸ ਨੂੰ ਕੀ ਕਰਨਾ, ਰਿਡਿਊਸ ਕਰਨਾ। ਐਂਡ ਉਸ ਟਾਈਮ ਕਹਿੰਦੇ ਦੀਆਂ ਜਿਹੜੀਆਂ ਮੈਂਬਰ ਕੰਟਰੀਜ਼ ਕਿੰਨੀਆਂ ਸੀਗੀਆਂ, 13 ਸੀ। ਉਸ ਤੋਂ ਬਾਅਦ 1951 ਦੇ ਵਿੱਚ ਤੁਰਕੀ ਦੇ ਵਿੱਚ ਕਹਿੰਦੇ ਇਹਦੀ ਜਿਹੜੀ ਕਾਨਫਰੰਸ ਸੀਗੀ ਉਹ ਹੋਈ ਸੀਗੀ, 3rd ਰਾਉਂਡ ਜਿਹੜੀ ਹੈ ਆਪਣੀ ਕਾਨਫਰੰਸ।
एंड ਇਹਦਾ ਮੇਨ ਏਮ ਆਬਜੈਕਟਿਵ ਵੀ ਕੀ ਸੀਗਾ ਟੈਰਿਫ ਰਿਡਕਸ਼ਨ एंड उस टाइम कहते ਜਿਹੜੀਆਂ ਕਿੰਨੀਆਂ ਆਪਣੇ ਮੈਂਬਰ ਕੰਟਰੀਜ਼ ਸੀਗੀਆਂ 38 ਕੰਟਰੀਜ਼ ਸੀਗੀਆਂ ਉਹ ਮੈਂਬਰ ਸੀਗੀਆਂ ਇਸ ਦਾ ਐਂਡ ਉਸ ਤੋਂ ਬਾਅਦ 1956 ਦੇ ਵਿੱਚ 4th ਰਾਉਂਡ ਕਾਨਫਰੰਸ ਹੋਈ ਉਹ ਕਿਹਦੇ ਵਿੱਚ ਹੋਈ ਜਨੇਵਾ ਦੇ ਵਿੱਚ ਹੋਈ ਜਿਹਦਾ ਮੇਨ ਏਮ ਕੀ ਸੀਗਾ ਟੈਰਿਫ ਰਿਡਕਸ਼ਨ ਟੈਰਿਫ ਨੂੰ ਰਿਡਿਊਸ ਕਰਨਾ ਐਂਡ ਕਿੰਨੀਆਂ ਕੰਟਰੀਜ਼ ਸੀਗੀਆਂ ਮੈਂਬਰ ਸੀ ਇਹਦੀਆਂ 26 ਕੰਟਰੀਜ਼ ठीक है एंड उस तो बाद जी अपनी 5th राउंड कॉन्फ्रेंस हुई सी वो 1960 तो 61 ਦੇ ਵਿੱਚ ਹੋਈ ਸੀ ਜਿਹਨੂੰ टिलो राउंड भी कहा जाता है ਤਾਂ ਇਹਦਾ ਮੇਨ ਏਮ ਵੀ ਕੀ ਸੀਗਾ टिलो राउंड ਦੇ ਵਿੱਚ ਹੋਈ ਸੀ ਇਹ ਟੈਰਿਫ ਰਿਡਕਸ਼ਨ ਤੇ 26 ਕਹਿੰਦੇ ਸੇਮ ਕੰਟਰੀਜ਼ ਜਿੰਨੀਆਂ 5th ਰਾउंड ਕਾਨਫਰੰਸ ਦੇ ਵਿੱਚ ਸੀਗੀਆਂ ਉਨੀਆਂ ਹੀ 4th ਰਾउंड ਕਾਨਫਰੰਸ ਦੇ ਵਿੱਚ ਵੀ ਸੀਗੀਆਂ 26 ਐਂਡ ਉਸ ਤੋਂ ਬਾਅਦ ਜਿਹੜੀ ਹੈ ਆਪਣੀ ਕਾਨਫਰੰਸ 1964 ਤੋਂ 67 ਤੱਕ ਚੱਲੀ ਇਹ ਕੈਨੇਡੀ ਰਾਉਂਡ ਸੀਗਾ ਇਹ ਟੈਰਿਫ ਤੇ ਐਂਟੀ ਡੰਪਿੰਗ ਮੈਜਰ ਸੀਗੇ ਜਿਹੜੇ ਇਹਨਾਂ ਦੇ ਵਿੱਚ ਮੇਨ ਆਬਜੈਕਟਿਵ ਸੀਗਾ ਐਂਡ ਇਹਦੀ ਜਿਹੜੀ ਮੈਂਬਰ ਕੰਟਰੀ ਸੀਗੀਆਂ ਉਹ ਇਨਕਰੀਜ਼ ਹੋ ਗਏ 62 ਹੋ ਗਈਆਂ एंड उस तो बाद जी नैक्सट कॉन्फ्रेंस सी वो हुई सी अपनी 1973 तो 79 तक ये टोकाया राउंड भी बोले जाते हैं टोकाया हुई सी ਇਹਦਾ ਮੇਨ ਨੇਮ ਵੀ ਕੀ ਸੀਗਾ ਟੈਰਿਫ ਤੇ ਨਾਨ ਟੈਰਿਫ ਬੈਰੀਅਰਸ ਨੂੰ ਐਲੀਮੀਨੇਟ ਕਰਨਾ ਤੇ ਇਸ ਦੇ ਵਿੱਚ ਵੀ ਕੀ ਸੀਗਾ ਆਪਣੀਆਂ ਜਿਹੜੀਆਂ 102 ਕੰਟਰੀਜ਼ ਸੀਗੀਆਂ ਇਹਨਾਂ ਦੀਆਂ ਮੈਂਬਰ ਕੰਟਰੀਜ਼ ਸੀਗੀਆਂ ਇਨਕਰੀਜ਼ ਹੋ ਗਈ ਮੈਂਬਰਸ਼ਿਪ ਆਫ ਦਾ ਕੰਟਰੀਜ਼ एंड उस तो बाद जिथों कहते 8th राउंड कॉन्फ्रेंस जिथों अपना गेट तो रिप्लेस करके WTO का ओरिजिन होया कहते 8th राउंड कॉन्फ्रेंस कहते 1986 तो चली 94 तक चली उर्गाई राउंड भी इहनूं कहा जाता है उर्गे दे विच चली कहते इहदा मेन ऑब्जेक्टिव की सीगा टैरिफ नॉन टैरिफ बैरियर्स सर्विसेज एंड इंटेलेक्चुअल प्रॉपर्टी राइट्स डिस्प्यूट सेटलमेंट करना टैक्सटाइल इंडस्ट्रीज ਨੂੰ इंक्रीज करना एग्रीकल्चर सैक्टर ਨੂੰ प्रमोट करना एंड क्रिएशन ऑफ WTO ਤੇ ਇਹਨਾਂ ਸਾਰੇ ਆਬਜੈਕਟਿਵਸ ਨੂੰ ਪੂਰਾ ਕਰਨ ਦੇ ਲਈ ਮੇਨ ਏਮਸ ਬਹੁਤ ਸਾਰੇ ਹੋ ਗਏ ਸੀ ਤਾਂ ਗੇਟ ਤੋਂ ਬਦਲ ਕੇ ਹੁਣ ਇਹਦਾ ਨਾਮ ਕੀ ਰੱਖ ਦਿੱਤਾ 8th ਰਾਉਂਡ ਕਾਨਫਰੰਸ ਦੇ ਵਿੱਚ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ क्योंकि हुण इहदा एम की सीगा पूरे वर्ल्ड दे विच ट्रेड करना ट्रेड नूं इंक्रीज करना फ्री फ्लो ऑफ गुड्स एंड सर्विसेज ठीक है प्रोडक्शन इंक्रीज करना टैरिफ ते नॉन टैरिफ वर्ल्ड बैरियर्स नूं रिड्यूस करना स्टेट्स नूं एस्टैब्लिश करना ठीक है ਤਾਂ ਇਹਦੀਆਂ ਜਿਹੜੀਆਂ ਮੈਂਬਰਸ ਕੰਟਰੀਜ਼ ਸੀਗੀਆਂ ਉਹ ਇਨਕਰੀਜ਼ ਹੋ ਕੇ 8th ਰਾਉਂਡ ਕਾਨਫਰੰਸ ਦੇ ਵਿੱਚ ਕਿੰਨੀਆਂ ਹੋ ਗਈਆਂ 123 ਹੋ ਗਈਆਂ ਇਸ ਦੇ ਵਿੱਚ WTO ਦਾ ਆਰੀਜਨ ਹੋਇਆ ਉਸ ਤੋਂ ਬਾਅਦ WTO ਦੀ ਫਰਸਟ ਕਾਨਫਰੰਸ ਕਦੋਂ ਹੋਈ 2001 ਦੇ ਵਿੱਚ ਦੋਹਾ ਦੇ ਵਿੱਚ ਹੋਈ ਸੀ ਜਿਹਨੂੰ ਦੋਹਾ ਰਾਉਂਡ ਵੀ ਬੋਲਿਆ ਜਾਂਦਾ ਸੀ ਇਹਦੇ ਮੇਨ ਆਬਜੈਕਟਿਵਸ ਕੀ ਸੀਗੇ ਐਗਰੀਕਲਚਰ ਨੂੰ ਪ੍ਰਮੋਟ ਕਰਨਾ ਸਰਵਿਸਿਜ਼ ਨੂੰ ਜ਼ਿਆਦਾ ਦੇਣਾ एक्सपोर्ट इंपोर्ट करना इंटेलेक्चुअल प्रॉपर्टी राइट नाल रिलेटेड एग्रीमेंट्स कॉम्पिटिशंस नु डिक्रीज करना इन्वेस्टमेंट इंक्रीज करना एनवायरनमेंट नु सेव करना डिस्प्यूट सेटलमेंट करना बिटवीन द डिफरेंट कंट्रीज ये मेन एम सीगे WTO दे ते उस टाइम 2001 ਦੇ ਵਿੱਚ ਕਹਿੰਦੇ ਜਿਹੜੀਆਂ ਮੈਂਬਰ ਕੰਟਰੀਜ਼ ਸੀਗੀਆਂ ਉਹ ਕਿੰਨੀਆਂ ਸੀਗੀਆਂ 147 ਜੋ ਕਿ ਹੁਣ ਇਨਕਰੀਜ਼ ਹੋ ਕੇ ਕਿੰਨੀਆਂ ਹੋ ਗਈਆਂ 164 ਹੋ ਗਈਆਂ तब आप कह सकते हैं कि 8th राउंड मीटिंग ऑफ गेट इन उरुग्वे 123 member countries agreed to establish a trade organization 123 countries ਸੀਗੀਆਂ ਜਿਹੜੀਆਂ ਇਹ ਐਗਰੀ ਹੋ ਗਈਆਂ ਕਿ ਆਪਣੇ ਵਰਲਡ ਆਰਗੇਨਾਈਜੇਸ਼ਨ ਨੂੰ ਡਿਵੈਲਪ ਕਰਨਾ ਨਿਊ ਨੂੰ ਤਦ ਕਹਿੰਦੇ ਕੀ ਹੋਇਆ ਸੀ WTO ਐਸਟੈਬਲਿਸ਼ ਹੋਇਆ ਸੀ 1 ਜਨ 1995 ਦੇ ਵਿੱਚ ਠੀਕ ਹੈ ਇਟਸ ਜਿਹੜਾ ਹੈੱਡਕੁਆਰਟਰ ਸੀਗਾ ਉਹ ਜਨੇਵਾ ਮੀਨਸ ਸਵਿਟਜ਼ਰਲੈਂਡ ਦੇ ਵਿੱਚ ਸੀਗਾ ਤੇ ਦੋਹਾ ਨੇ ਡਿਵੈਲਪ ਕੀਤਾ ਸੀ ਫਰਸਟ ਰਾਉਂਡ ਕਹਿੰਦੇ 2001 ਦੇ ਵਿੱਚ WTO ਦਾ ਦੋਹਾ ਦੇ ਵਿੱਚ ਹੋਇਆ ਸੀਗਾ ਥੀਸ ਆਰ ਦਾ origin of WTO ਇਸ ਤਰ੍ਹਾਂ ਕਹਿੰਦੇ WTO ਦਾ ਕੀ ਹੋਇਆ ਹੈ origin ਹੋਇਆ ਹੈ 8th ਰਾਉਂਡ ਕਾਨਫਰੰਸ ਦੇ ਵਿੱਚ ਗੇਟ ਤੋਂ ਰਿਪਲੇਸ ਕਰਕੇ ਇਹਨੂੰ WTO ਨਾਮ ਦਿੱਤਾ ਗਿਆ ਤੇ ਉਹੀ ਸਾਰੇ ਐਗਰੀਮੈਂਟਸ ਉਹੀ ਸਾਰੇ ਆਬਜੈਕਟਿਵਸ ਫੋਲੋ ਕੀਤੇ ਗਏ WTO ਦੇ ਵਿੱਚ ਜੋ ਕਹਿੰਦੇ ਗੇਟ ਦੇ ਵਿੱਚ ਸੀ
ਐਂਡ ਉਹੀ ਮੈਂਬਰ ਕੰਟਰੀਜ਼ WTO ਦੀਆਂ ਵੀ ਰਹੀਆਂ ਜੋ ਗੇਟ ਦੀਆਂ ਸੀ। ਐਂਡ ਉਸ ਤੋਂ ਬਾਅਦ ਆਬਜੈਕਟਿਵਸ ਆਫ WTO, ਮੇਨ ਕਿਹੜੇ ਕਿਹੜੇ ਆਬਜੈਕਟਿਵ ਸੀਗੇ ਆਪਣੇ WTO ਦੇ, ਤਾਂ ਆਪਾਂ ਕੁਝ ਇੰਪੋਰਟੈਂਟ ਆਬਜੈਕਟਿਵਸ ਇਨ ਸ਼ਾਰਟ ਦੇ ਵਿੱਚ ਹੁਣ ਦੇਖ ਲੈਂਦੇ ਆ। ਦ ਫਰਸਟ ਇਜ਼ implement the new world trade system as visualized in agreement। ਕਹਿੰਦੇ ਐਗਰੀਮੈਂਟ ਦੇ ਵਿੱਚ ਜੋ ਮੇਨ ਮੋਟਿਵ ਸੀਗੇ ਆਪਣੇ, ਜਿਵੇਂ ਕਿ ਆਪਾਂ ਨੇ ਪਿੱਛੇ ਦੇਖਿਆ ਬਹੁਤ ਸਾਰੇ ਸੀਗੇ, ਤਾਂ ਉਹਨਾਂ ਦੇ ਥਰੂ ਨਿਊ ਵਰਲਡ ਟ੍ਰੇਡ ਸਿਸਟਮ ਆ ਜਿਹੜਾ ਉਹ ਡਿਵੈਲਪ ਕਰਨਾ, ਠੀਕ ਹੈ, ਸਕੋਪ ਲਾਰਜ ਕਰਨਾ ਟ੍ਰੇਡ ਸਿਸਟਮ ਦਾ, ਇਹ ਸੀਗਾ ਆਪਣਾ ਮੇਨ ਏਮ। and promote world trade in a manner that benefits every country। ਕਹਿੰਦੇ ਪਹਿਲਾਂ ਕੀ ਹੁੰਦਾ ਸੀ, ਕਿਸੇ ਕੰਟਰੀਜ਼ ਦੇ ਬੈਨੀਫਿਟਸ ਜ਼ਿਆਦਾ ਸੀ, ਕਿਸੇ ਦੇ ਘੱਟ ਸੀ, ਲੇਕਿਨ ਹੁਣ ਹਰ ਇੱਕ ਕੰਟਰੀ ਨੂੰ ਕਹਿੰਦੇ ਬੈਨੀਫਿਟਸ ਹੋਵੇ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਇਹ ਏਮ ਸੀ ਕਿ ਕਿਸ ਤਰ੍ਹਾਂ ਆਪਾਂ ਜਿਹੜੀ ਆਪਣੀ ਟ੍ਰੇਡ ਆ ਉਹਨੂੰ ਪ੍ਰਮੋਟ ਕਰ ਸਕਦੇ ਆ ਇਨ ਦਾ ਡਿਫਰੈਂਟ ਕੰਟਰੀਜ਼। ensure that developing countries secure a better balance in sharing of the advantage resulting from the expansion of international trade corresponding to their developmental needs। ਕਹਿੰਦੇ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਨੇ ਉਹ ਬੈਟਰ ਬੈਲੈਂਸ ਸ਼ੇਅਰ ਕਰਨ ਬਿਟਵੀਨ ਦਾ ਬੈਕਵਰਡ ਐਂਡ ਡਿਵੈਲਪ ਕੰਟਰੀਜ਼ ਜੋ ਡਿਵੈਲਪ ਹੋ ਰਹੀਆਂ ਨੇ, ਠੀਕ ਹੈ, ਉਹਨਾਂ ਨੂੰ ਐਡਵਾਂਟੇਜ ਦੇਣ, ਉਹਨਾਂ ਨੂੰ ਵੀ ਰਿਜ਼ਲਟ ਮਿਲੇ ਕਿ ਉਹਨਾਂ ਦੇ ਵਿੱਚ ਵੀ ਐਕਸਪੈਂਸ਼ਨ ਹੋਵੇ ਇੰਟਰਨੈਸ਼ਨਲ ਟ੍ਰੇਡ, ਤਾਂ ਜੋ ਉਹ ਵੀ ਕੀ ਕਰਨ, ਪ੍ਰੋਗਰੈਸ ਕਰਨ ਐਂਡ ਡਿਵੈਲਪਮੈਂਟਲ ਨੀਡਸ ਨੇ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਹੋਣ ਥਰੂ ਦਾ ਇੰਪੋਰਟ ਐਂਡ ਐਕਸਪੋਰਟ। ਐਂਡ ਦ ਨੈਕਸਟ ਇਜ਼ demolish all hurdles to an open world trading system। ਕਹਿੰਦੇ ਓਪਨ ਵਰਲਡ ਟ੍ਰੇਡਿੰਗ ਸਿਸਟਮ ਦੇ ਵਿੱਚ ਜੋ ਵੀ ਕਹਿੰਦੇ ਹਰਡਲਸ ਮੀਨਸ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਡਿਮੋਲਿਸ਼ ਕਰਨਾ, ਘੱਟ ਕਰਨਾ। ਯੂਜ਼ਰਸ ਇਨ ਇੰਟਰਨੈਸ਼ਨਲ ਇਕਨੋਮਿਕਸ renaissance, because the world trade is an effective instrument to faster economic growth। ਤਾਂ ਡਿਫਰੈਂਟ ਜਿਹੜੀਆਂ ਨੇਸ਼ਨਸ ਨੇ ਉਹਨਾਂ ਦੇ ਵਿੱਚ ਕਹਿੰਦੇ ਇਕਨੋਮਿਕ ਗਰੋਥ ਨੂੰ ਫਾਸਟਰ ਕਰਨਾ ਵਿਦ ਦਾ ਹੈਲਪ ਆਫ ਇੰਟਰਨੈਸ਼ਨਲ ਟ੍ਰੇਡ, ਕਿਉਂਕਿ ਇੰਟਰਨੈਸ਼ਨਲ ਟ੍ਰੇਡ ਦੇ ਥਰੂ ਫੋਰਨ ਇਨਵੈਸਟਮੈਂਟ ਵੀ ਹੋਏਗੀ। ਐਂਡ ਦ ਨੈਕਸਟ ਇਜ਼ ਇਨਹਾਂਸ ਕੰਪੀਟੀਟਿਵਨੈਸ ਅਮੰਗ ਆਲ ਟ੍ਰੇਡਿੰਗ partners so as to benefit consumers and help in global integration। ਤਾਂ ਇਹਦੇ ਵਿੱਚ ਕੀ ਆ, ਆਪਣੇ ਕੰਪੀਟੀਟਿਵਨੈਸ ਨੂੰ ਕੀ ਕਹਿੰਦੇ ਨੇ, ਇਨਹਾਂਸ ਕਰਨਾ, ਜਿਹਦੇ ਥਰੂ ਜਿਹੜੇ ਡਿਫਰੈਂਟ ਪਾਰਟਨਰਸ ਨੇ ਉਹ ਵੀ ਬੈਨੀਫਿਟਸ ਲੈ ਸਕਣ ਤੇ ਕੰਜ਼ਿਊਮਰ ਵੀ ਬੈਨੀਫਿਟ ਲੈ ਸਕੇ। ਤੇ ਜਿਹੜੀ ਗਲੋਬਲ ਇੰਟੀਗ੍ਰੇਸ਼ਨ ਹੈ ਮੀਨਸ ਏਕਤਾ ਹੈ, ਰਾਸ਼ਟਰੀ ਏਕਤਾ ਹੈ ਬਿਟਵੀਨ ਦ ਡਿਫਰੈਂਟ ਕੰਟਰੀਜ਼ ਉਹ ਨਹੀਂ ਬਣੀ ਰਹੀ। And the next is increase the level of production and productivity with the view to ensures high level of employment in the world। ਕਹਿੰਦੇ ਅਗਰ ਇੰਟਰਨੈਸ਼ਨਲ ਟ੍ਰੇਡ ਇਨਕਰੀਜ਼ ਹੋਏਗੀ ਥਰੂ ਦਾ WTO, ਟੈਰਿਫ ਬੈਰੀਅਰਸ ਨਹੀਂ ਹੋਣਗੀਆਂ, ਰਿਸੋਰਸਿਸ ਦੀ ਐਕਸਚੇਂਜ ਹੋਏਗੀ, ਤਾਂ ਕਹਿੰਦੇ ਪ੍ਰੋਡਕਸ਼ਨ ਤੇ ਪ੍ਰੋਡਕਟਿਵਿਟੀ ਵੀ ਇਨਕਰੀਜ਼ ਹੋਏਗੀ। ਪ੍ਰੋਡਕਸ਼ਨ ਤੇ ਪ੍ਰੋਡਕਟਿਵਿਟੀ ਇਨਕਰੀਜ਼ ਕਰਨ ਦੇ ਲਈ ਜੋ ਵੀ ਆਪਣੀ ਲੇਬਰ ਹੈ ਉਹਨੂੰ ਜ਼ਿਆਦਾ ਯੂਜ਼ ਕੀਤਾ ਜਾਏਗਾ, ਜਿਹਦੇ ਥਰੂ ਕੀ ਹੋਏਗੀ, ਵਰਲਡ ਦੀ ਜਿਹੜੀ ਇੰਪਲਾਇਮੈਂਟ ਹੈ ਉਹ ਇਨਕਰੀਜ਼ ਹੋਏਗੀ, ਰੁਜ਼ਗਾਰ ਦੀ ਅਵਸਥਾ ਪ੍ਰਾਪਤ ਹੋਏਗੀ ਵਰਲਡ ਦੇ ਵਿੱਚ ਡਿਫਰੈਂਟ ਕੰਟਰੀਜ਼ ਨੂੰ। ਐਂਡ ਉਸ ਤੋਂ ਬਾਅਦ ਐਕਸਪੈਂਡ ਐਂਡ ਯੂਟੀਲਾਈਜ਼ ਵਰਲਡ ਰਿਸੋਰਸ ਟੂ ਦਾ ਬੈਸਟ। ਕਹਿੰਦੇ अपना जो है रिसोर्सिस बेस्ट यूज हो सकेगा, उन्होंने यूटिलाइजेशन प्रॉपर हो सकेगी तो एक्सपेंशन हो सकेगी। एंड द नेक्स्ट इज इंप्रूव द लेवल ऑफ लिविंग फॉर द ग्लोबल पॉपुलेशन एंड स्पीड अप इकनॉमिक डेवलपमेंट ऑफ द मैंबर नेशन। कहते जी ग्लोबल पॉपुलेशन है उन्होंने जो लिविंग स्टैंडर्ड है वो की होएगा, स्टैंडर्ड ऑफ लिविंग इंक्रीज होएगा, इंप्रूव होएगा, इकनॉमिक डेवलपमेंट है जी डिफरेंट नेशंस की वो की होएगी, इंक्रीज होएगी विद द हेल्प ऑफ WTO। ये सीगा अपना मेन एम ऑब्जेक्टिव्स ऑफ WTO। इस तो बाद अपना गाइडिंग प्रिंसिपल्स ऑफ WTO एज फॉलो। कहते कुछ कहते प्रिंसिपल्स ते रूल्स भी WTO के थ्रू अप्लाई किए गए सी, जो अपने गाइडिंग प्रिंसिपल्स कि हर एक इन्हां नूं मन के ही चलेगा उन्हां दे WTO दे विच एग्रीमेंट्स दे विच भी। द फर्स्ट इज नॉन डिस्क्रिमिनेशनरी एंड रूल बेस्ड ट्रेडिंग सिस्टम। कहते ये जिहड़ी है अपना नॉन डिस्क्रिमिनेटरी कहते
ਇਹ ਲਿਖਿਆ ਗਿਆ ਸੀ ਕਿ ਕਿਸੇ ਵੀ ਕੰਟਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾਏਗਾ। ਟ੍ਰੇਡਿੰਗ ਸਿਸਟਮਸ ਵਰ ਫੋਰਨ ਗੁੱਡਸ ਐਂਡ ਸਰਵਿਸਿਜ਼ ਸ਼ੁੱਡ ਰਿਸੀਵ ਦਾ ਸੇਮ ਟ੍ਰੀਟਮੈਂਟ ਐਜ਼ ਡੋਮੈਸਟਿਕ ਗੁੱਡਸ। ਕਹਿੰਦੇ ਫੋਰਨ ਜਿਹੜਾ ਹੈ ਟ੍ਰੇਡ ਐਂਡ ਇੰਟਰਨੈਸ਼ਨਲ ਟ੍ਰੇਡ ਵੀ ਉਸੇ ਤਰ੍ਹਾਂ ਕੀਤੀ ਜਾਏਗੀ ਜਿਸ ਤਰ੍ਹਾਂ ਇੱਕ ਕੰਟਰੀ ਦੇ ਵਿੱਚ ਵੀ ਆਪਾਂ ਕੀ ਕਰਦੇ ਹਾਂ, ਡਿਫਰੈਂਟ ਏਰੀਆਜ਼ ਦੇ ਵਿੱਚ ਡੋਮੈਸਟਿਕ ਟ੍ਰੇਡ ਕਰਦੇ ਹਾਂ। ਐਂਡ ਟ੍ਰੇਡ ਬੈਰੀਅਰਸ ਜਿਵੇਂ ਕਿ ਟੈਰਿਫ ਐਂਡ ਨਾਨ ਟੈਰਿਫ ਬੈਰੀਅਰਸ ਸ਼ੁੱਡ ਬੀ dismantled and international trade should be free। ਕਹਿੰਦੇ ਇਹਨਾਂ ਨੂੰ ਘਟਾਇਆ ਜਾਏਗਾ, eliminate ਕੀਤਾ ਜਾਏਗਾ ਤੇ ਜਿਹੜੀ ਟ੍ਰੇਡ ਹੈ ਉਹਨੂੰ ਫ੍ਰੀ ਕੀਤਾ ਜਾਏਗਾ। less development countries should receive preferential terms of trade। ਕਹਿੰਦੇ ਉਹਨਾਂ ਦੇ ਲਈ ਅਲੱਗ ਜਿਹੜੀ terms of trade ਹੈ ਉਹ ਹੋਏਗੀ, ਉਹਨਾਂ ਨੂੰ ਹੈਲਪ ਦੀ ਹੋਏਗੀ। ਐਂਡ ਇਹ ਸੀਗੀ ਆਪਣੀਆਂ ਗਾਈਡਲਾਈਨਸ। ਐਂਡ ਦ ਨੈਕਸਟ ਇਜ਼ ਸਟਰਕਚਰਸ ਆਫ WTO ਦੇ ਵਿੱਚ ਕਿਹੜੇ ਲੈਵਲ ਸੀਗੇ, ਉਹਨਾਂ ਦੀ ਸਟਰਕਚਰਸ ਜਿਹੜੀ ਸੀਗੀ WTO ਆਰਗੇਨਾਈਜੇਸ਼ਨ ਦੀ ਉਹ ਕਿੱਦਾਂ ਦੀ ਸੀਗੀ। ਕਹਿੰਦੇ WTO ਇਜ਼ ਨਾਟ ਐਨ ਏਜੰਸੀ ਆਫ UNO। ਕਹਿੰਦੇ ਲਾਈਕ IMF ਐਂਡ ਵਰਲਡ ਬੈਂਕ ਤੇ IMF ਦੀ ਤਰ੍ਹਾਂ ਇਹ ਕੋਈ ਵੀ ਏਜੰਸੀ ਨਹੀਂ ਹੈਗੀ ਆਪਣੀ UNO ਦੀ। ਕਹਿੰਦੇ ਇਟ ਹੈਜ਼ ਇਟਸ ਇੰਡੀਪੈਂਡੈਂਟ ਸਟੇਟਸ ਐਜ਼ ਇਟਸ act automatically at the behest of its membership। ਕਹਿੰਦੇ ਇਹਦਾ ਜਿਹੜਾ ਇੰਪੈਕਟ ਹੈ ਉਹ ਆਟੋਮੈਟਿਕਲੀ ਪੈਂਦਾ ਜੋ ਵੀ ਇਹਨਾਂ ਦੇ ਮੈਂਬਰ ਕੰਟਰੀਜ਼ ਨੇ ਉਹਨਾਂ ਤੇ ਵੀ, ਉਹਨਾਂ ਤੇ। ਇਟ ਇਜ਼ ਡੈਮੋਕ੍ਰੈਟਿਕ ਇਨ ਨੇਚਰਸ ਐਜ਼ ਇਟਸ ਫੋਲੋ ਵਨ ਕੰਟਰੀ ਵਨ ਵੋਟ ਪ੍ਰਿੰਸੀਪਲ। ਕਹਿੰਦੇ ਇਹ ਡੈਮੋਕ੍ਰੇਟਿਕ ਵੇ ਦੇ ਨਾਲ ਵਰਕ ਕਰਦੀ ਹੈ ਕਿਉਂਕਿ ਇਹਦੇ ਉੱਪਰ ਕੰਟਰੀਜ਼ ਦੇ ਥਰੂ, ਮੈਂਬਰ ਕੰਟਰੀਜ਼ ਦੇ ਥਰੂ ਵੋਟਿੰਗ ਦੇ ਥਰੂ ਹੀ ਕਹਿੰਦੇ ਹੁੰਦੀ ਹੈ ਵਨ ਕੰਟਰੀ ਵਨ ਵੋਟ ਤੇ ਕਹਿੰਦੇ ਇਹ ਡਿਪੈਂਡ ਆ, ਪ੍ਰਿੰਸੀਪਲ ਇਹਤੇ ਅਪਲਾਈ ਹੁੰਦਾ ਹੈ। ਕਹਿੰਦੇ ਆਰਗੇਨਾਈਜੇਸ਼ਨ ਜਿਹੜੀ ਸਟਰਕਚਰ ਆਫ WTO ਕਹਿੰਦੇ ਇਹ ਕੰਸਿਸਟ ਕਰਦੀ ਆ 4 ਡਿਫਰੈਂਟ ਲੈਵਲ। WTO ਦੇ ਵਿੱਚ ਕਹਿੰਦੇ 4 ਡਿਫਰੈਂਟ ਲੈਵਲ ਹੁੰਦੇ ਨੇ, ਲੈਵਲ 1, ਲੈਵਲ 2, ਲੈਵਲ 3 ਐਂਡ ਲੈਵਲ 4। ਆਪਾਂ ਚਾਰਾਂ ਨੂੰ ਦੇਖਾਂਗੇ। ਸਭ ਤੋਂ ਪਹਿਲਾਂ ਲੈਵਲ 1। ਲੈਵਲ 1 ਨੂੰ ਕੀ ਕਿਹਾ ਜਾਂਦਾ ਹੈ, ਮਿਨਿਸਟਰੀਅਲ ਕਾਨਫਰੰਸ ਵੀ ਬੋਲਿਆ ਜਾਂਦਾ ਹੈ, ਸ਼ਾਰਟ ਦੇ ਵਿੱਚ ਇਹਨੂੰ MC ਬੋਲਿਆ ਜਾਂਦਾ ਹੈ। that is a first level। जो टॉप लेवल है वो है अपना मिनिस्ट्रियल कॉन्फ्रेंस। तब कहते मिनिस्ट्रियल कॉन्फ्रेंस इज एट द अपेक्स ऑफ स्ट्रक्चरल ऑर्गेनाइजेशन ऑफ WTO। ये कहते हड्डी है, एक टॉप लेवल है। इट इज द सुप्रीम फॉर्म विच टेक्स अल्टीमेट डिसीजंस ऑन मल्टीलेटरल ट्रेड एग्रीमेंट। कहते मल्टीलेटरल ट्रेड एग्रीमेंट ते ये क्विक डिसीजंस लैंदा। and ministerial conference meets at least once in every 2 years। ਕਹਿੰਦੇ MC ਨੂੰ ਹਮੇਸ਼ਾ ਹੀ ਕਹਿੰਦੇ 2 years ਦੇ ਵਿੱਚ ਇੱਕ ਵਾਰ ਮਿਲਣਾ ਪੈਂਦਾ ਹੈ। and the general council is the second level। ministerial ਤੋਂ ਨੀਚੇ ਜੋ ਹੈ level that is the general level council। ਕਹਿੰਦੇ is composed of the representativeness of all the members। ਕਹਿੰਦੇ ਇਹ all members ਨੂੰ represent ਕਰਦਾ ਹੈ। जनरल काउंसिल एक्ट्स ऑन बिहाफ ऑफ MC। कहते जनरल काउंसिल किदे थ्रू अपना किसके बिहाफ ते वर्क करदा, MC मिनिस्ट्रियल कॉन्फ्रेंस ते बिहाफ ते एंड रिपोर्ट टू मिनिस्ट्रियल काउंसिल ते फिर रिपोर्ट दिंदा मिनिस्ट्रियल काउंसिल नु। It also act as the dispute settlement body as well as the trade policy review body। इन्हों trade policy review body भी किया जाता है and इन्हों अपना डिस्प्यूट सैटलमेंट बॉडी भी किया जाता है जो जनरल काउंसिल करती है। तो सारे डिस्प्यूट्स नो अपने मिनिस्ट्रियल कॉन्फ्रेंस को लेके जाती है। दिस इज द सेकंड लेवल। एंड द थर्ड लेवल इज जिहदे विच कहंदे 3 काउंसिल्स मेन हुंदियां ने। ठीक है, इहदे विच 3 काउंसिल्स हुंदियां ने। द फर्स्ट इज गुड्स काउंसिल एंड द सेकंड इज सर्विसेज काउंसिल एंड द थर्ड इज काउंसिल ऑफ ट्रेड रिलेटेड एस्पेक्ट्स ऑफ इंटेलेक्चुअल प्रॉपर्टी राइट ऑपरेटिंग अंडर GC। कहते हैं GC दे अंडर वर्क करता। ਇਹਦੇ ਵਿੱਚ 3 ਕਾਉਂਸਲਸ ਹੁੰਦੀਆਂ ਨੇ। ਫਰਦਰ देयर आर 3 ਕਮੇਟੀਜ਼। ਅੱਗੇ ਇਸ ਤੋਂ ਬਾਅਦ ਫਿਰ ਇਹਦੇ ਵਿੱਚ 3 ਕਮੇਟੀਜ਼ ਹੁੰਦੀਆਂ ਨੇ। ਫਰਸਟ ਕਮੇਟੀ ਹੁੰਦੀ ਹੈ ਟ੍ਰੇਡ ਐਂਡ ਡਿਵੈਲਪਮੈਂਟ, ਕਮੇਟੀਜ਼ ਔਨ ਟ੍ਰੇਡ ਐਂਡ ਡਿਵੈਲਪਮੈਂਟ ਐਂਡ ਦ ਸੈਕੰਡ ਇਜ਼ ਕਮੇਟੀਜ਼ ਔਨ ਬੈਲੈਂਸ ਆਫ ਪੇਮੈਂਟ रिस्ट्रिक्शंस एंड द थर्ड इज कमेटीज ऑन बजट फाइनेंस एंड एडमिनिस्ट्रेशन। जो बजट वगैरह देखती है, एडमिनिस्ट्रेशन देखती है, विच एग्जीक्यूट द फंक्शन असाइंड टू देम बाय द EWTO एग्रीमेंट एंड GC। जो भी कहते इंस्ट्रक्शंस GC एंड MC ਦੇ ਥਰੂ ਦਿੱਤੀਆਂ ਜਾਂਦੀਆਂ ਨੇ ਉਹ ਇਹਦੇ ਵਿੱਚ ਫੋਲੋ ਕੀਤੀਆਂ ਜਾਂਦੀਆਂ ਨੇ। ਜੋ ਡਿਫਰੈਂਟ ਪਾਰਟਸ ਨੇ ਜਿਹੜੇ ਵਰਕ ਕਰਦੇ ਨੇ, ਡਿਫਰੈਂਟ ਕਾਉਂਸਲਸ ਨੇ ਜਿਹੜੀ ਉਹ ਵਰਕ ਕਰਦੀਆਂ ਨੇ 3 ਕਾਉਂਸਲ ਦੇ ਅੰਡਰ। ਫਿਰ ਅੱਗੇ ਕੀ ਨੇ 3 ਕਾਉਂਸਲਸ ਨੇ, ਆਪਾਂ ਚਾਰਟ ਦੇ ਵਿੱਚ ਇਹਨਾਂ ਨੂੰ ਦੇਖਾਂਗੇ। ਐਂਡ ਦ ਨੈਕਸਟ ਇਜ਼ 4th ਲੈਵਲ।
There are some committees and working groups which work on specialized subject and report to the higher level council. ਕਹਿੰਦੇ ਇਹਦੇ ਵਿੱਚ ਕੁਝ ਵਰਕਿੰਗ ਗਰੁੱਪਸ ਨੇ ਜੋ ਦੇਖਦੇ ਨੇ ਆਬਜ਼ਰਵ ਕਰਦੇ ਨੇ ਕਮੇਟੀਜ਼ ਚੈੱਕ ਕਰਦੇ ਨੇ ਸਪੈਸ਼ਲਾਈਜ਼ਡ ਸਬਜੈਕਟਸ ਨੂੰ ਤੇ ਉਸ ਤੋਂ ਬਾਅਦ ਉਹ ਸਾਰੀ ਰਿਪੋਰਟ ਕਿਹਨੂੰ ਦਿੰਦੇ ਨੇ ਹਾਇਰ ਲੈਵਲਸ ਵਿੱਚ ਮਿਨਿਸਟਰੀਅਲ ਕਾਨਫਰੰਸ ਨੂੰ ਤਾਂ ਮਿਨਿਸਟਰੀਅਲ ਕਾਨਫਰੰਸ ਅਪਾਇੰਟ ਆ ਡਾਇਰੈਕਟ ਜਨਰਲ ਕਹਿੰਦੇ ਜੀਸੀ ਸੈਕੰਡ ਲੈਵਲ ਦਾ ਜਿਹੜਾ ਜੀਸੀ ਹੈ ਉਹ ਵੀ ਆਪਣਾ ਮਿਨਿਸਟਰੀਅਲ ਕਾਨਫਰੰਸ ਆ ਡਾਇਰੈਕਟ ਕਰਦੀ ਆ who is head of the security and the administration responsibility जो WTO ਦੀ ਸਾਰੀ responsibility ਕੌਣ ਸਾਂਭਦਾ ਹੈ GC ਸਾਂਭਦਾ ਹੈ he has the tenure of 4 years he is assisted by the 4 deputy director from different member countries different 4 member countries ਦੇ ਦੁਆਰਾ ਹੀ ਇਹ ਰੱਖਿਆ ਜਾਂਦਾ ਹੈ director general presents the annual budget eliminates and financial statements of WTO to the CBFA for review and recommendations for the final approval by GC. ਐਂਡ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਕ ਫਲੋ ਚਾਰਟ ਦੇ ਵਿੱਚ ਇਹ 4 ਲੈਵਲਸ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਫਸਟ ਇਜ਼ ਅ ਮਿਨਿਸਟਰੀਅਲ ਕਾਨਫਰੰਸ ਜੋ ਹਾਇਰ ਲੈਵਲ ਹੈ ਟੌਪ ਲੈਵਲ ਹੈ ਤੇ ਜਿਹਦੇ ਵਿੱਚ ਕਹਿੰਦੇ ਜੋ ਵੀ ਡਿਸੀਜਨਸ ਨੇ ਲਿੱਤੇ ਜਾਂਦੇ ਨੇ ਤੇ ਜੋ ਰੂਲਸ ਰੈਗੂਲੇਸ਼ਨਸ ਨੇ ਬਣਾਈਆਂ ਜਾਂਦੀਆਂ ਨੇ ਤੇ 2 ਇਅਰਸ ਦੇ ਵਿੱਚ ਕਹਿੰਦੇ ਇਹਨਾਂ ਨੂੰ ਇੱਕ ਵਾਰ ਜ਼ਰੂਰ ਮੀਟ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਸੈਕੰਡ ਆਉਂਦੀ ਆਪਣੀ ਜਨਰਲ ਕਾਉਂਸਲ ਕਹਿੰਦੇ ਜਨਰਲ ਕਾਉਂਸਲਸ ਨੂੰ ਜੋ ਵੀ ਇਨਸਟਰਕਸ਼ਨਸ ਨੇ ਉਹ ਮਿਨਿਸਟਰੀਅਲ ਕਾਨਫਰੰਸ ਦੇ ਥਰੂ ਮਿਲਦੀਆਂ ਨੇ ਤਾਂ ਸਾਰਾ ਵਰਕ ਆਪਣਾ ਜਿਹੜਾ ਜੀਸੀ ਦੇਖਦਾ ਹੈ ਤਾਂ ਜੀਸੀ ਨੂੰ ਮੈਂਬਰ ਕੰਟਰੀਜ਼ ਨੇ ਜਿਹੜੀਆਂ ਉਹੀ ਮਿਲ ਕੇ ਬਣਾਉਂਦੀਆਂ ਨੇ ਠੀਕ ਹੈ ਐਂਡ 4 ਟਾਈਮ ਦਾ ਪੀਰੀਅਡ ਹੁੰਦਾ ਵਰਕ ਦਾ ਐਂਡ ਜੀਸੀ ਦੇ ਅੰਡਰ ਕਹਿੰਦੇ ਆਉਂਦੀਆਂ ਨੇ ਆਪਣੇ ਥਰਡ ਲੈਵਲ ਜਿਹਦੇ ਅੰਡਰ ਕਹਿੰਦੇ ਆਪਣੀ ਟ੍ਰੇਡ ਪਾਲਿਸੀ ਰਿਵਿਊ ਜੀਜੀਸੀ ਨੂੰ ਟ੍ਰੇਡ ਪਾਲਿਸੀ ਰਿਵਿਊ ਬਾਡੀ ਵੀ ਕਿਹਾ ਜਾਂਦਾ ਤੇ ਡਿਸਪਿਊਟ ਸੈਟਲਮੈਂਟ ਬਾਡੀ ਵੀ ਇਹੀ ਹੈ ਐਂਡ ਫਿਰ ਉਸ ਤੋਂ ਬਾਅਦ ਨੈਕਸਟ ਲੈਵਲ ਜਿਹਦੇ ਵਿੱਚ ਕਹਿੰਦੇ ਆਪਣੇ 3 ਗਰੁੱਪਸ ਆਉਂਦੇ ਨੇ ਠੀਕ ਹੈ ਆਪਣੇ 3 ਕਾਉਂਸਲਸ ਆਉਂਦੀਆਂ ਨੇ ਗੁੱਡਸ ਕਾਉਂਸਲਸ ਐਂਡ ਆਪਣਾ ਹੋ ਗਿਆ ਇਹਦੇ ਵਿੱਚ ਸਬਸਿਡੀ ਕਾਉਂਸਲ ਐਂਡ ਫਿਰ ਉਸ ਤੋਂ ਬਾਅਦ ਹੋ ਗਿਆ ਆਪਣਾ trade related aspects of intellectual property rights and इसके अंदर committing working group भी होते हैं councils of trade in goods council for trades council of trade in services council for trades and trade negotiation committees ਕਹਿੰਦੇ ਸਾਰੀਆਂ GC ਦੇ ਅੰਡਰ ਹੀ ਆਉਂਦੀਆਂ ਨੇ ਠੀਕ ਹੈ ਤੇ ਉਸ ਤੋਂ ਬਾਅਦ ਫੋਰਥ ਲੈਵਲਸ ਜਿਹਦੇ ਵਿੱਚ ਕਹਿੰਦੇ ਕੀ ਆ ਜੋ ਅਦਰ ਸਪੈਸ਼ਲ ਸਬਜੈਕਟਸ ਨੇ ਉਹਨਾਂ ਤੇ ਕੀ ਆ ਡਿਸਕਸ਼ਨਸ ਕੀਤੀ ਜਾਂਦੀ ਹੈ ਤੇ ਸਾਰੀ ਰਿਪੋਰਟ ਜਿਹੜਾ ਹਾਇਰ ਲੈਵਲ ਉਹਨੂੰ ਭੇਜੀ ਜਾਂਦੀ ਹੈ ਦਿਸ ਇਜ਼ ਦਾ structure of WTO and the next is trade agreements ਕਹਿੰਦੇ ਕਿਹੜੇ ਕਿਹੜੇ ਜਿਹੜੇ ਟ੍ਰੇਡ ਐਗਰੀਮੈਂਟਸ ਨੇ ਉਹ WTO ਦੇ ਵਿੱਚ ਕੀਤੇ ਜਾਂਦੇ ਨੇ ਤਾਂ WTO ਦੇ ਵਿੱਚ ਜਿਹੜੇ ਟ੍ਰੇਡ ਐਗਰੀਮੈਂਟਸ ਨੇ ਇਹ ਕੀ ਨੇ ਅਬਾਊਟ 60 ਡਿਫਰੈਂਟ ਐਗਰੀਮੈਂਟਸ ਇਹਦੇ ਵਿੱਚ ਲਗਭਗ 60 different agreements ne which have the status of international legal text ਕਹਿੰਦੇ ਜਿਹੜੇ legal informations ਦੇ through ਦਿੱਤੇ ਜਾਂਦੇ ਨੇ member countries are expected to sign and ratify all WTO agreements on oceans important agreements are given below ਤਾਂ ਇਹ 60 agreements ਸਾਰੀਆਂ ਜਿਹੜੀਆਂ member countries ਹੁੰਦੀਆਂ ਨੇ ਉਹਨਾਂ ਨੂੰ ਸਾਈਨ ਕਰਨੇ ਪੈਂਦੇ ਨੇ ਤਾਂ ਇਹਨਾਂ ਦੇ ਵਿੱਚੋਂ ਆਪਾਂ ਜਿਹੜੇ ਕੁਝ ਐਗਰੀਮੈਂਟਸ ਨੇ ਉਹਨਾਂ ਨੂੰ ਡਿਸਕਸ ਕਰਾਂਗੇ the first agreement ਹੈ ਗੇਟਸ ਜਿਹਨੂੰ ਆਪਾਂ ਕੀ ਕਹਿੰਦੇ ਆ ਜਨਰਲ ਐਗਰੀਮੈਂਟਸ ਔਨ ਟ੍ਰੇਡ ਇਨ ਸਰਵਿਸਿਜ਼ ਕਿ ਜਦੋਂ ਸਰਵਿਸਿਜ਼ ਦੀ ਟ੍ਰੇਡ ਕੀਤੀ ਜਾਂਦੀ ਆ ਉਹਨਾਂ ਦੇ ਲਈ ਕਿਹੜੇ ਕਿਹੜੇ ਜਿਹੜੇ ਐਗਰੀਮੈਂਟਸ ਨੇ ਉਹ WTO ਦੇ TO ਦੇ ਦੁਆਰਾ ਡਿਫਰੈਂਟ ਕੰਟਰੀਜ਼ ਤੋਂ ਸਾਈਨ ਕਰਵਾਏ ਜਾਂਦੇ ਨੇ ਤਾਂ ਉਹਨਾਂ ਨੂੰ ਕੀ ਬੋਲਿਆ ਜਾਂਦਾ ਹੈ ਜੋ ਸਰਵਿਸਿਜ਼ ਦੇ ਲਈ ਬਣਿਆ that is a gates general agreement on trade in services ਕਹਿੰਦੇ come into existence in the ਅੱਗੇ ਰਾਉਂਡ ਦੇ ਵਿੱਚ ਇਹ ਬਣਿਆ ਸੀਗਾ the agreement covers all internationally traded services such as tourism ਕਹਿੰਦੇ ਇਹਦੇ ਵਿੱਚ ਜੋ ਵੀ ਸਰਵਿਸਿਜ਼ ਦਿੱਤੀ ਜਾਂਦੀ ਉਹ ਐਡ ਆ ਜਿਵੇਂ ਕਿ ਟੂਰਿਜ਼ਮ ਹੋ ਗਿਆ ਟੈਲੀਕਮਿਊਨੀਕੇਸ਼ਨ ਹੋ ਗਿਆ ਪ੍ਰੋਫੈਸ਼ਨਲ ਸਰਵਿਸਿਜ਼ ਹੋ ਗਿਆ ਬੈਂਕਿੰਗ ਐਟਸੈਟਰਾ ਬਟ ਗੇਟਸ ਡੂ ਨਾਟ ਇਨਕਲੂਡਡ ਗਵਰਨਮੈਂਟ ਸਰਵਿਸਿਜ਼ ਕਹਿੰਦੇ ਵਿੱਚ ਗੇਟਸ ਦੇ ਵਿੱਚ ਕੋਈ ਵੀ ਗਵਰਨਮੈਂਟ ਸਰਵਿਸਿਜ਼ ਨਹੀਂ ਆਉਂਦੀ 에ਅਰ ਟਰਾਂਸਪੋਰਟ ਸਰਵਿਸਿਜ਼ ਨਹੀਂ ਆਉਂਦੀ ਤੇ ਟੈਰਿਫ ਰਾਈਟ ਨਹੀਂ ਆਉਂਦਾ The agreement defines 4 modes of trade services ਤਾਂ 4 modes of trade services ਆਉਂਦੀਆਂ ਨੇ ਗੇਟ ਦੇ ਵਿੱਚ ਤਾਂ ਉਹ ਕਿਹੜੀ ਹੋ ਸਕਦੀਆਂ ਨੇ the first is cross border supply ਇਹਦੇ ਵਿੱਚ cross border supply ਹੁੰਦੀ ਆ ਕਹਿੰਦੇ services supplied within the territory of the members from the territory of the another member ਜਦੋਂ ਇੱਕ ਨੇਸ਼ਨ ਦੇ ਥਰੂ ਦੂਸਰੀ ਨੇਸ਼ਨ ਦੇ ਨਾਲ ਕਹਿੰਦੇ ਸਰਵਿਸਿਜ਼ ਦੀ ਸਪਲਾਈ ਕੀਤੀ ਜਾਂਦੀ ਹੈ ਇੰਟਰਨੈਸ਼ਨਲ ਜਿਵੇਂ ਕਿ ਫੋਨ ਕਾਲਸ ਹੋ ਗਿਆ ਬੈਂਕਿੰਗ ਐਂਡ ਮੇਲ ਹੋ ਗਿਆ ਉਹ ਗੇਟਸ ਦੇ ਵਿੱਚ ਆਉਂਦਾ ਐਂਡ ਸੈਕੰਡ ਇਜ਼ ਕੰਜ਼ੰਪਸ਼ਨ ਅਬਰੋਡ ਕਹਿੰਦੇ ਜਦੋਂ ਸਰਵਿਸਿਜ਼ ਕੰਜ਼ਿਊਮਰ ਮੂਵਸ into another member territory to obtain the services ਜਦੋਂ ਜਿਹੜਾ ਕੰਜ਼ਿਊਮਰ ਮੂਵ ਕਰਦਾ ਦੂਸਰੀ
ਕੰਟਰੀ ਦੇ ਵਿੱਚ ਸਰਵਿਸਿਜ਼ ਨੂੰ ਲੈਣ ਦੇ ਲਈ, ਜਿਵੇਂ ਕਿ ਮੈਡੀਕਲ ਟ੍ਰੀਟਮੈਂਟ ਹੋ ਗਿਆ, ਟੂਰਿਜ਼ਮ ਹੋ ਗਿਆ, ਐਜੂਕੇਸ਼ਨਸ ਹੋ ਗਿਆ, ਇਹਦੇ ਵਿੱਚ ਕਿਹੜੀ ਆਉਂਦੀ ਆ, ਕੰਜ਼ੰਪਸ਼ਨ ਸਰਵਿਸਿਜ਼ ਆਉਂਦੀ ਹੈ ਜੋ ਅਬਰੋਡ ਦੇ ਵਿੱਚ ਆਪਾਂ ਲੈਂਦੇ ਆ ਗੇਟਸ ਦੇ ਵਿੱਚ। ਐਂਡ ਦ ਥਰਡ ਇਜ਼ ਕਮਰਸ਼ੀਅਲ ਪ੍ਰੀਸੈਂਸ, ਕਹਿੰਦੇ ਕਮਰਸ਼ੀਅਲ ਸਰਵਿਸਿਜ਼, ਜਿਵੇਂ ਕਿ ਸਰਵਿਸਿਜ਼ ਡਿਲੀਵਰਡ ਵਿਦ ਦਾ ਟੈਰੀਟਰੀ ਆਫ ਦਾ ਮੈਂਬਰ ਬਾਈ ਸੈਟਿੰਗ ਅਪ ਸਬਸਿਡਰੀ ਔਰ ਬ੍ਰਾਂਚਿਸ ਥਰੂ ਦਾ ਕਮਰਸ਼ੀਅਲ ਪ੍ਰੀਸੈਂਸ ਆਫ ਦਾ ਸਪਲਾਇਰ, ਜਿਵੇਂ ਕਿ ਫੋਰਨ ਬੈਂਕ ਸਿਟਿੰਗ ਆਫ ਅ ਬ੍ਰਾਂਚ ਇਨ ਦਾ ਮੈਂਬਰ ਕੰਟਰੀ, ਜੋ ਵੀ ਕਹਿੰਦੇ ਕਮਰਸ਼ੀਅਲ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਐਂਡ ਦ ਫੋਰਥ ਇਜ਼ ਪ੍ਰੀਸੈਂਸ ਆਫ ਅ ਨੈਚੁਰਲ ਪਰਸਨਸ, ਕਹਿੰਦੇ ਇਟ ਇਨਵੋਲਵ ਦਾ ਐਡਮਿਸ਼ਨ ਆਫ ਫੋਰਨ ਇੰਡੀਵਿਜੂਅਲਸ ਟੂ ਅਨਦਰ ਕੰਟਰੀ ਟੂ ਪ੍ਰੋਵਾਈਡ ਸਰਵਿਸਿਜ਼, ਕਹਿੰਦੇ ਕਿਸੇ ਇੰਡੀਵਿਜੂਅਲਸ ਨੂੰ ਦੂਸਰੀ ਕੰਟਰੀ ਦੇ ਵਿੱਚ ਸੈਟ ਕਰਨਾ, ਪ੍ਰਮੋਟ ਕਰਨਾ, ਠੀਕ ਹੈ। ਥੀਸ ਆਰ ਦਾ 4 ਮੋਡ ਆਫ ਸਪਲਾਈ ਜੋ ਗੇਟਸ ਦੇ ਵਿੱਚ ਕੀਤੇ ਜਾਂਦੇ ਨੇ। ਤਾਂ ਜਨਰਲ ਪ੍ਰਿੰਸੀਪਲਸ ਆਫ ਗੇਟ ਕੀ ਨੇ, ਆਪਾਂ ਨੇ ਗੇਟ ਦੇ ਵਿੱਚ ਤਾਂ ਦੇਖ ਲਿਆ ਕਿ ਇਹ 4 ਸਰਵਿਸਿਜ਼ ਅਸੀਂ ਦੇ ਸਕਦੇ ਹਾਂ। ਜਨਰਲ ਪ੍ਰਿੰਸੀਪਲਸ ਕੀ ਨੇ, ਤਾਂ ਫਰਸਟ ਇਜ਼ ਦਾ ਮੋਸਟ ਫੇਵਰਟ ਨੇਸ਼ਨ, ਠੀਕ ਹੈ। ਤਾਂ ਫਰਸਟ ਜਿਹੜਾ ਹੈ ਪ੍ਰਿੰਸੀਪਲ ਰੂਲ ਅਪਲਾਈ ਹੁੰਦਾ ਹੈ, ਕਹਿੰਦੇ ਪ੍ਰਿੰਸੀਪਲ ਆਫ ਮੋਸਟ ਫੇਵਰਟ ਨੇਸ਼ਨ ਮੀਨਸ MFN, ਕਹਿੰਦੇ ਇਜ਼ ਅ ਡਿਸਕ੍ਰਿਮੀਨੇਸ਼ਨਰੀ ਪਾਲਿਸੀ ਆਫ WTO, ਕਹਿੰਦੇ ਨਾਨ ਡਿਸਕ੍ਰਿਮੀਨੇਸ਼ਨਰੀ ਜਿਹੜੀ ਪਾਲਿਸੀ WTO ਦੀ ਉਹ ਇਹਦੇ ਵਿੱਚ ਫੋਲੋ ਕੀਤੀ ਜਾਂਦੀ ਆ। ਔਰ ਅਕੋਰਡਿੰਗ ਟੂ MFN principle, each of WTO member countries should treat the other entire membership equally of the most favored nations, ਕਹਿੰਦੇ WTO ਦੀ ਜਿੰਨੀਆਂ ਵੀ ਮੈਂਬਰ ਕੰਟਰੀਜ਼ ਨੇ ਉਹ ਦੂਸਰੀ ਮੈਂਬਰ ਕੰਟਰੀ ਨੂੰ ਇਸ ਤਰ੍ਹਾਂ ਟ੍ਰੀਟ ਕਰਨਗੇ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਉਹਦੇ ਲਈ ਮੋਸਟ ਫੇਵਰਡ ਕੰਟਰੀ ਆ, ਠੀਕ ਹੈ। ਕਹਿੰਦੇ ਇਫ ਅ ਕੰਟਰੀ ਗਿਵ ਸਪੈਸ਼ਲ ਟ੍ਰੀਟਮੈਂਟ ਟੂ ਵਨ ਮੈਂਬਰ ਕੰਟਰੀ ਸੱਚ ਅ ਲੋਅਰ ਕਸਟਮ ਡਿਊਟੀ ਸੇਮ, ਜੇਕਰ ਕਹਿੰਦੇ ਕੋਈ ਇੱਕ ਕੰਟਰੀ ਦੂਸਰੀ ਕੰਟਰੀਜ਼ ਨੂੰ ਕਹਿੰਦੇ ਇਕੁਅਲੀ ਟ੍ਰੀਟ ਨਹੀਂ ਕਰਦੀ, ਉਹ ਕਸਟਮ ਡਿਊਟੀਜ਼ ਮੀਨਸ ਲੈਸ ਫੀਲ ਕਰਵਾਉਂਦੀ ਆ, ਦੈਨ ਕਹਿੰਦੇ ਸੇਮ ਬੈਨੀਫਿਟ ਹੈ ਜਿਹੜਾ ਸੇਮ ਉਸਨੂੰ ਵੀ ਮਿਲੇਗਾ, ਉਸੇ ਤਰ੍ਹਾਂ ਵੀ ਉਸੇ ਤਰ੍ਹਾਂ ਨਾਲ ਟ੍ਰੀਟ ਕੀਤਾ ਜਾਏਗਾ। ਅਦਰ ਮੈਂਬਰ ਕੰਟਰੀਜ਼ ਵੀ ਉਸੇ ਨਾਲ ਉਸੇ ਤਰ੍ਹਾਂ ਦਾ ਟ੍ਰੀਟ ਕਰਨਗੀਆਂ। ਐਂਡ ਦ ਸੈਕੰਡ ਇਜ਼ ਅ ਟ੍ਰਾਂਸਪੇਰੈਂਸੀ, ਕਹਿੰਦੇ ਇਫ ਵਨ ਮੈਂਬਰ ਕੰਟਰੀ ਡਸ ਚੇਂਜ ਐਨੀ ਐਗਜ਼ਿਸਟਿੰਗ ਲਾਅ ਰੈਗੂਲੇਸ਼ਨ ਐਂਡ ਰੂਲਸ, the member country should immediately inform the council of the trading services, ਕਹਿੰਦੇ ਅਗਰ ਕੋਈ ਇੱਕ ਜਿਹੜੀ ਮੈਂਬਰ ਕੰਟਰੀ ਆ ਉਹ ਰੂਲਸ ਐਂਡ ਰੈਗੂਲੇਸ਼ਨਸ ਐਂਡ ਲਾਅ ਨੂੰ ਚੇਂਜ ਕਰਦੀ ਹੈ ਜਦੋਂ ਟ੍ਰੇਡ ਹੋ ਰਹੀ ਹੈ, ਤਾਂ ਜਿਸ ਨਾਲ ਇਦਾਂ ਦਾ ਕੀਤਾ ਜਾ ਸਕੇ ਜਾਂਦਾ ਹੈ, ਤਾਂ ਉਹ ਜਿਹੜੀ ਮੈਂਬਰ ਕੰਟਰੀ ਉਹ ਕੰਪਲੇਨ ਕਰ ਸਕਦੀ ਹੈ ਆਪਣੀ ਕਾਉਂਸਲ ਨੂੰ, ਜਨਰਲ ਕਾਉਂਸਲ ਨੂੰ, ਠੀਕ ਹੈ। ਤਾਂ ਕੀ ਕੀਤਾ ਜਾਏਗਾ, ਈਚ ਮੈਂਬਰ ਇਜ਼ ਰਿਕੁਆਇਰਡ ਟੂ ਐਸਟੈਬਲਿਸ਼ ਐਨ ਇਨਕੁਆਇਰੀ ਪੁਆਇੰਟ ਟੂ ਰਿਸਪੌਂਡ ਟੂ ਰਿਕੁਐਸਟ ਫਰੋਮ ਅਦਰ ਮੈਂਬਰ ਫॉर ਇਨਫੋਰਮੇਸ਼ਨ, ਤਾਂ ਉਸ ਦਾ ਰਿਲੇਟਡ ਸਾਰੇ ਜਿਹੜੀਆਂ ਅਦਰ ਨੇਸ਼ਨਸ ਨੇ ਉਹਨਾਂ ਤੋਂ ਇਨਫੋਰਮੇਸ਼ਨ ਇਕੱਠੀ ਕੀਤੀ ਜਾਏਗੀ। ਐਂਡ ਨੈਕਸਟ ਇਜ਼ ਅ ਮਾਰਕੀਟ ਅਸੈਸ, ਕਹਿੰਦੇ ਮਾਰਕੀਟ ਅਸੈਸ ਇਜ਼ ਨਾਟ obligations but the commitment made by the country to open market in specific sector for other members country by negotiations. Market assess have some limitations, for example a country can allow foreign bank to work within domestic territory but can restrict limit number of branches according to national treatment principle, कहते मार्केट असेस के लिए कुछ की लिमिट है जो प्रोवाइड की जाती है। ये सी अपना गैट जिन्हों जनरल एग्रीमेंट्स ऑन ट्रेडिंग सर्विसेज जो सर्विसेज दे लिए हैं। एंड द नेक्स्ट इज फीचर्स ऑफ ट्रेड रिलेटेड इन्वेस्टमेंट मेजर्स जिन्हों ट्रेड्स बोलते हैं जिन्हें थ्रू इन्वेस्टमेंट की जाती है। द एग्रीमेंट ऑफ ट्रेड रिलेटेड इन्वेस्टमेंट मेजर्स आर रूल्स दैट अप्लाई टू डोमेस्टिक रेगुलेशंस अ कंट्री अप्लाई टू फॉरेन इन्वेस्टर्स, कि जो डोमैसटिक कंट्री ते अप्लाई होंगे ने जो वो फॉरेन इन्वेस्टर्स को की लैके आती है इन्वेस्ट करने के लिए, आफ्टर अ पार्टी ऑफ एन इंडिविजुअल इंडस्ट्रियल पॉलिसी द एग्रीमेंट वाज एग्रीड upon by all members of the world trade organizations, कहते जो एग्रीमेंट है इन्वेस्टर्स को लैके ये सारे मैंबर्स के द्वारा बनाया जाता है। द एग्रीमेंट वाज कंक्लूडेड इन 1994 ਦੇ ਵਿੱਚ ਬਣਾਇਆ ਸੀ एंड कम इनटू फोर्स इन 1995 ਦੇ ਵਿੱਚ WTO ਦੇ ਨਾਲ ਇਹਨੇ ਵਰਕ ਕੀਤਾ ਸੀ। WTO was not established at that time, it was its predecessors of GATT general, ਕਹਿੰਦੇ GATT ਦਾ ਟਾਈਮ ਹੀ ਜਦ ਇਹਦੇ ਵਿੱਚ ਅਪਲਾਈ ਹੁੰਦਾ ਸੀ, GATT ਦੇ ਥਰੂ ਹੀ ਟੈਰਿਫ ਤੇ ਨਾਨ ਟੈਰਿਫ ਬੈਰੀਅਰਸ ਦਾ ਰੂਲ ਇੱਥੇ applied ਹੁੰਦਾ ਸੀ। Policies such as local content requirement and trade balancing rules having traditionally been used to promote the interest on domestic industries and combat restrictive business practices have now been banned। ਤਾਂ ਇਹਦੇ ਵਿੱਚ ਮੇਨ ਜਿਹੜੇ ਆਬਜੈਕਟਿਵਸ ਕੀ ਸੀ, ਰੂਲਸ ਕਿਹੜੇ ਫੋਲੋ ਕੀਤੇ ਜਾਂਦੇ ਸੀਗੇ। ਫਰਸਟ ਇਜ਼ ਐਬੋਲਿਸ਼ਨ ਆਫ ਰਿਸਟ੍ਰਿਕਸ਼ਨਸ ਇੰਪੋਜ਼ਡ ਔਨ ਫੋਰਨ कैपिटल,
ਕਹਿੰਦੇ ਜੋ ਵੀ ਕਹਿੰਦੇ ਆਪਣੀਆਂ ਰਿਸਟ੍ਰਿਕਸ਼ਨ ਸੀਗੀਆਂ ਜਦੋਂ ਫੋਰਨ ਕੈਪੀਟਲਸ ਕਹਿੰਦੇ ਅਦਰ ਇਨਵੈਸਟ ਕੀਤੀ ਜਾਂਦੀ ਸੀ ਉਹਨੂੰ ਇੰਪੋਜ਼ ਕੀਤਾ ਜਾਂਦਾ ਸੀ ਤਾਂ ਉਹਦੇ ਵੀ ਕੋਈ ਵੀ ਤਰ੍ਹਾਂ ਦੀ ਰਿਸਟ੍ਰਿਕਸ਼ਨਸ ਨਹੀਂ ਹੋਏਗੀ ਮੀਨਸ ਉਹਦੀ ਐਬੋਲਿਸ਼ਨਸ ਕੀਤੀ ਗਈ ਰੋਕਾਂ ਨੇ ਜੋ ਲਗਾਈਆਂ ਗਈਆਂ ਸੀ ਉਹਨਾਂ ਨੂੰ ਹਟਾਇਆ ਗਿਆ offering equal right to the foreign investments on par with the domestic investment ਕਹਿੰਦੇ ਇੱਕ ਨੇਸ਼ਨ ਦੇ ਵਿੱਚ ਜਦੋਂ ਡੋਮੈਸਟਿਕ ਇਨਵੈਸਟਰਸ ਨੂੰ ਜੋ ਸਾਰੇ ਰਾਈਟਸ ਦਿੱਤੇ ਜਾਂਦੇ ਨੇ ਉਹੀ ਸਾਰੇ ਫੋਰਨ ਇਨਵੈਸਟਰ ਨੂੰ ਮਿਲਣਗੇ ਇਕੁਅਲ ਰਾਈਟਸ ਐਂਡ ਨੋ ਰਿਸਟ੍ਰਿਕਸ਼ਨਸ ਔਨ ਐਨੀ ਏਰੀਆ ਆਫ ਇਨਵੈਸਟਮੈਂਟ ਤਾਂ ਕਈ ਵਾਰ ਕੰਟਰੀ ਦੇ ਵਿੱਚ ਕਹਿੰਦੇ ਕਈ ਏਰੀਆਜ਼ ਐਦਾਂ ਦੇ ਹੁੰਦੇ ਨੇ ਜਿੱਥੇ ਇਨਵੈਸਟਰਸ ਨੂੰ ਆਪਾਂ ਇਨਵੈਸਟ ਨਹੀਂ ਕਰਨ ਦਿੰਦੇ ਕਿ ਨਹੀਂ ਜਿਵੇਂ ਕਿ ਇਹ ਤਾਂ ਆਪਣਾ ਗ੍ਰੀਨ ਏਰੀਆ ਹੈ ਜਾਂ ਫਿਰ ਇੱਥੇ ਤਾਂ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਪਾਪੂਲੇਸ਼ਨ ਬਹੁਤ ਘੱਟ ਹੈ ਤਾਂ ਕੋਈ ਵੀ ਰਿਸਟ੍ਰਿਕਸ਼ਨਸ ਨਹੀਂ ਹੋਏਗੀ ਆਪਣੇ ਅਕੋਰਡਿੰਗ ਇਨਵੈਸਟਮੈਂਟ ਕਰ ਸਕਦੇ ਨੇ no limitation or ceiling on the quantity of foreign investments ਕਹਿੰਦੇ no limitation ceilings ਕਹਿੰਦੇ ਜਿੰਨੀ ਮਰਜ਼ੀ ਚਾਹੇ ਜਿੰਨੀ ਮਰਜ਼ੀ ਏਰੀਆ ਜਿੰਨੀ ਚਾਹੇ ਇਨਵੈਸਟਮੈਂਟ ਕਰ ਸਕਦੇ ਨੇ granting permissions without restrictions to import raw material and other components ਕਹਿੰਦੇ ਇਹ ਪਰਮਿਸ਼ਨ ਗ੍ਰਾਂਟ ਕੀਤੀ ਗਈ ਕਿ ਬਿਨਾਂ ਰੋਕ ਟੋਕ ਤੋਂ ਕੋਈ ਵੀ ਜਿਹੜਾ ਹੈ ਆਪਣਾ ਰॉ ਮਟੀਰੀਅਲ ਆਪਾਂ ਬਾਹਰ ਤੋਂ ਉਹ ਮੈਂਬਰ ਕੰਟਰੀ ਇੰਪੋਰਟ ਵੀ ਕਰ ਸਕਦੀ ਹੈ ਤੇ ਕੋਈ ਕਿਸੇ ਵੀ ਅਦਰ ਕੰਪੋਨੈਂਟਸ ਨੂੰ ਵੀ no force on foreign investment to use the total products or materials ਕਹਿੰਦੇ ਫੋਰਨ ਇਨਵੈਸਟਰਸ ਨੂੰ ਆਪਾਂ ਫੋਰਸ ਨਹੀਂ ਕਰ ਸਕਦੇ ਕਿ ਟੋਟਲ ਪ੍ਰੋਡਕਟਸ ਨੇ ਜਿਹੜੇ ਉਹਨਾਂ ਨੂੰ ਯੂਜ਼ ਕਰੋ ਸਾਡੇ ਪ੍ਰੋਡਕਟ ਨੂੰ ਠੀਕ ਹੈ ਐਂਡ ਮਟੀਰੀਅਲਸ ਨੂੰ ਯੂਜ਼ ਕਰੋ ਐਕਸਪੋਰਟ ਆਫ ਦਾ ਪਾਰਟ ਆਫ ਫਾਈਨਲ ਪ੍ਰੋਡਕਟ ਵਿਲ ਨਾਟ ਬੀ ਮੈਂਡੇਟਰੀ ਕਹਿੰਦੇ ਜ਼ਰੂਰੀ ਨਹੀਂਗਾ ਕਿ ਜੋ ਸਾਰਾ ਸਮਾਨ ਵਿਕਿਆ ਬਣਿਆ ਉਹਨੂੰ ਬਾਹਰ ਲੈ ਕੇ ਜਾਓ ਕਹਿੰਦੇ ਇੱਥੇ ਵੀ ਸੇਲ ਕਰ ਸਕਦੇ ਆ ਰਿਸਟ੍ਰਿਕਸ਼ਨਸ ਔਨ ਰੀਪਾਰਟੀਸ਼ਨਸ ਆਫ ਡਿਵਾਈਸ ਐਂਡ ਇੰਟਰਸਟ ਐਂਡ ਲਾਇਲਟੀ ਵਿਲ ਬੀ ਰਿਮੂਵਡ कहते रॉयल्टी रहेगी एंड अपना इंटरेस्ट की डिवीजन रहेगी एंड फेस मैन्युफैक्चरिंग प्रोग्रामिंग विल बी इंट्रोड्यूस टू इंक्रीज द डोमेस्टिक कंटेंट ऑफ मैन्युफैक्चरिंग कहते मैन्युफैक्चरिंग प्रोग्रामिंग के थ्रू कहते अपनी जी डोमेस्टिक मैन्युफैक्चरर्स ने उन्होंने यह इंप्रूव किया जाएगा इस अपना सैकेंड एग्रीमेंट एंड द थर्ड एग्रीमेंट इज ट्रेड इन एग्रीकल्चर ये अपना थर्ड एग्रीमेंट है कि एग्रीकल्चर ਨਾਲ ਰਿਲੇਟਡ ਵੀ ਜਿਹੜਾ ਆਪਣਾ ਇੱਕ ਐਗਰੀਮੈਂਟ ਆ ਉਹ ਸਾਈਨ ਕੀਤਾ ਗਿਆ ਤੇ ਐਗਰੀਮੈਂਟ ਔਨ ਐਗਰੀਕਲਚਰ ਇਜ਼ ਐਨ ਇੰਟਰਨੈਸ਼ਨਲ ਟ੍ਰੀਟੀ ਆਫ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ It was negotiations during the Orgay round of the General Agreement on Tariff and Trade ਜਿਹੜਾ 1994 ਦੇ ਵਿੱਚ ਰਾਉਂਡ ਹੋਇਆ ਸੀ 8th ਰਾਉਂਡ ਉਹਦੇ ਵਿੱਚ ਕਹਿੰਦੇ ਇਹਦੇ ਲਈ ਪਹਿਲ ਦਿੱਤੀ ਗਈ ਸੀ entered into force with the establishment of WTO ਜਿਹਦੇ ਥਰੂ WTO established ਹੋਇਆ 1995 January 1 ਨੂੰ there are three pillars which are as follows ਕਹਿੰਦੇ three pillars ਸੀਗੇ ਜਿਹੜੇ ਐਗਰੀਕਲਚਰ ਐਗਰੀਮੈਂਟ ਦੇ ਵਿੱਚ ਬਣਾਏ ਗਏ ਸੀ three ਚੀਜ਼ਾਂ ਸੀਗੀਆਂ the first is green box ਕਹਿੰਦੇ second is a amber box and third is a blue box first is the green box ਕਹਿੰਦੇ first ਸੀਗਾ main motive domestic sport ਕਹਿੰਦੇ it refers to subsidies the government give to the farmers like food fertilizer power water etc ਕਹਿੰਦੇ ਮੇਨ ਏਮ ਕੀ ਸੀਗਾ ਕਿ ਜਿੰਨੇ ਵੀ ਫਾਰਮਰਸ ਨੇ ਉਹਨਾਂ ਨੂੰ ਜਿਹੜੀਆਂ ਬੇਸਿਕ ਨੀਡਸ ਨੇ ਫੂਡ ਫਰਟੀਲਾਈਜ਼ਰ ਪਾਵਰ ਐਂਡ ਵਾਟਰ ਉਹਨੂੰ ਸਪਲਾਈ ਕਰਨਾ ਸਬਸਿਡੀਜ਼ ਦੇਣੀਆਂ ਉਹਦੇ ਲਈ ਠੀਕ ਹੈ ਕਹਿੰਦੇ ਜਦ ਡੋਮੈਸਟਿਕ ਸਬਸਿਡੀਜ਼ ਸੀਗੀਆਂ ਉਹਨਾਂ ਨੂੰ 3 ਕਲਾਸਿਸ ਦੇ ਵਿੱਚ 3 ਬਾਕਸਿਸ ਦੇ ਵਿੱਚ डिवाइड किया गया सी द फर्स्ट इज ग्रीन बॉक्स कहते एग्रीकल्चर रिलेटेड सब्सिडीज दैट फिट इनटू WTO ग्रीन बॉक्स आर पॉलिसीज दैट आर not restricted by the trade agreement because they are not considered as trade distorted कहते ग्रीन बॉक्स ਦੇ ਵਿੱਚ ਜੋ ਵੀ ਪਾਲਿਸੀਜ਼ ਸੀ ਐਗਰੀਕਲਚਰ ਨਾਲ ਰਿਲੇਟਡ ਉਹ ਬਣਾਈਆਂ ਗਈਆਂ ਸੀ ਐਂਡ ਦ ਸੈਕੰਡ ਇਜ਼ ਐਂਬਰ ਬਾਕਸ this box consists of all domestic sport measurement considers to distort ਪ੍ਰੋਡਕਸ਼ਨ ਐਂਡ ਟ੍ਰੇਡ ਨੂੰ ਇਨਕਰੀਜ਼ ਕਰਨ ਦੇ ਵਿੱਚ ਜਿੰਨੇ ਵੀ ਕਹਿੰਦੇ ਆਪਣੇ ਮੇਜਰ ਸੀਗੇ ਸਪੋਰਟ ਮੇਜਰ ਸੀਗੇ ਉਹਨਾਂ ਨੂੰ ਲੈ ਕੇ ਆਉਣਾ ਸਪੋਰਟ ਪੇਮੈਂਟਸ ਕਰਨਾ ਠੀਕ ਹੈ ਤੇ ਐਂਡ ਥਰਡ ਸੀਗਾ ਆਪਣਾ blue box ਕਹਿੰਦੇ blue box include ਕੀ ਕਰਦਾ ਸੀ any sport payments which are not subject to the amber box reduction agreement because they are direct payments under a production limited program ਕਿ direct ਜਿਹੜੀਆਂ policies ਤੋਂ ਬਿਨਾ ਵੀ other payments ਨੇ ਜਿਹੜੀਆਂ ਉਹ ਵੀ ਕੀਤੀਆਂ ਜਾ ਸਕਦੀਆਂ ਨੇ ਐਗਰੀਕਲਚਰ ਸੈਕਟਰ ਦੇ ਵਿੱਚ ਐਂਡ ਅ ਸੈਕੰਡ ਮੇਨ ਮੋਟਿਵ ਸੀਗਾ ਐਕਸਪੋਰਟ ਸਬਸਿਡੀਜ਼ ਐਕਸਪੋਰਟ पे ਇਨਕਰੀਜ਼ ਕਰਨ ਦੇ ਲਈ ਕੀਗਾ ਸਬਸਿਡੀਜ਼ ਦੇਣਾ ਜਿਵੇਂ ਕਿ ਐਕਸਪੋਰਟ ਪ੍ਰਮੋਸ਼ਨ ਐਂਡ ਇੰਪੋਰਟ ਸਬਸਟੀਟਿਊਸ਼ਨਸ ਕਹਿੰਦੇ ਇਸ ਤਰ੍ਹਾਂ ਕਹਿੰਦੇ ਕੀ ਕੀਤਾ ਗਿਆ ਸੀਗਾ export subsidies are to be limited by the developing countries either in value of volume or terms as the international prices are no lower below a point ठीक है exports of the development countries are not
ਏਜ਼ਡ ਆਊਟ ਤਾਂ ਫਿਰ ਕੀ ਆ ਐਕਸਪੋਰਟਸ ਨੂੰ ਇਨਕਰੀਜ਼ ਕਰਨ ਦੇ ਲਈ ਸਬਸਿਡੀ ਪ੍ਰੋਵਾਈਡ ਕਰਨਾ ਐਕਸਪੋਰਟ ਜਿਹੜੀਆਂ ਗੁੱਡਸ ਹੁੰਦੀਆਂ ਸੀ ਉਹਨਾਂ ਨਾਲ ਰਿਲੇਟਡ ਜਿਹੜੀਆਂ ਇੰਡਸਟਰੀਜ਼ ਨੇ ਉਹਨਾਂ ਨੂੰ ਸੈਟਅਪ ਕਰਨਾ ਤੇ ਸਬਸਿਡੀਜ਼ ਦੇਣਾ ਐਂਡ ਦ ਥਰਡ ਇਜ਼ ਮਾਰਕੀਟ ਅਸੈਸ means all members countries should throw open their domestic market to agriculture imports by reductions of tariff and removal of non-tariff barriers ਕਹਿੰਦੇ all agricultural goods ਨੂੰ domestic countries import ਕਰ ਸਕਦੀਆਂ ਨੇ without any restriction and tarifications ਕੀਤਾ ਗਿਆ ਸੀ to convert non-tariff barriers like quota to tariff and bind their tariffs to agree to limit that is bounded rate and not increase the rate beyond them the bounded rates are usually high bound rates से ਜਿਹੜੇ ਉਹ ਘਟਾਏ ਗਏ ਸੀ this is the trade in agriculture and ਉਸ ਤੋਂ ਬਾਅਦ ਹੈ ਟ੍ਰੇਡ ਇਨ ਟੈਕਸਟਾਈਲ ਐਂਡ ਕਲੋਥਿੰਗ ਕਹਿੰਦੇ ਟੈਕਸਟਾਈਲ ਤੇ ਕਲੋਥਿੰਗ ਦੇ ਲਈ ਵੀ ਡਿਫਰੈਂਟ ਕੰਟਰੀਜ਼ ਦੇ ਵਿੱਚ ਟ੍ਰੇਡ ਹੋਈ ਸੀ ਤਾਂ ਦਾ ਐਗਰੀਮੈਂਟ ਔਨ ਟੈਕਸਟਾਈਲ ਐਂਡ ਕਲੋਥਿੰਗ ਵਾਸ negotiations in the Orgay round of trade negotiations it replaced the arrangement regarding international trade in textile ਕਹਿੰਦੇ ਆਫ 20 ਦਸੰਬਰ 1973 ਦੇ ਵਿੱਚ ਕੀਤਾ ਗਿਆ ਸੀ ਦਾ ATC provides for all then existing textile and clothing trades restrictions to be notified and eliminated over a period of 10 years from the date of enforcement of WTO agreement ਕਹਿੰਦੇ ਇਹਦੇ ਵਿੱਚ ATC itself would be terminated at the beginning of 12th year of the WTO together within all the remaining restrictions within its scope ਕਿ ਕਿਸ ਤਰ੍ਹਾਂ ਟੈਕਸਟਾਈਲ ਤੇ ਕਲੋਥਿੰਗ ਨੂੰ ਇਨਕਰੀਜ਼ ਕੀਤਾ ਜਾ ਸਕੇ ਬਿਟਵੀਨ ਦਾ ਡਿਫਰੈਂਟ ਕੰਟਰੀਜ਼ ਕਿ ਕਿਸ ਤਰ੍ਹਾਂ ਇਹਨਾਂ ਦੇ ਵਿੱਚ ਇੰਟਰਨੈਸ਼ਨਲ ਟ੍ਰੇਡ ਇਹਨਾਂ ਦੇ ਥਰੂ ਇਨਕਰੀਜ਼ ਕੀਤੀ ਜਾਵੇ ਐਂਡ ਦ ਨੈਕਸਟ ਇਜ਼ ਟ੍ਰੇਡ ਰਿਲੇਟਡ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਜਿਹਨੂੰ ਆਪਾਂ ਟ੍ਰਿਪਸ ਬੋਲਦੇ ਆ ਕਹਿੰਦੇ ਕੀ ਹੁੰਦਾ ਸੀ ਟ੍ਰੇਡ ਬਿਟਵੀਨ ਦਾ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਜੋ ਐਗਰੀਮੈਂਟ ਸਾਈਨ ਹੋਇਆ ਸੀ WTO ਦੇ ਅਕੋਰਡਿੰਗ ਦਾ ਐਗਰੀਮੈਂਟ ਔਨ ਟ੍ਰੇਡ ਰਿਲੇਟਡ ਐਸਪੈਕਟਸ ਆਫ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਮੀਨਸ ਟ੍ਰਿਪਸ ਇਜ਼ ਐਨ ਇੰਟਰਨੈਸ਼ਨਲ ਲੀਗਲ ਐਗਰੀਮੈਂਟ ਇੱਕ ਇੰਟਰਨੈਸ਼ਨਲ ਲੀਗਲ ਐਗਰੀਮੈਂਟ ਸੀ ਬਿਟਵੀਨ ਆਲ ਮੈਂਬਰ ਨੇਸ਼ਨਸ ਆਫ ਦਾ ਵਰਲਡ ਜਿੰਨੀਆਂ ਵੀ ਵਰਲਡ ਦੀਆਂ ਆਲ ਮੈਂਬਰ ਨੇਸ਼ਨ ਸੀਗੀਆਂ ਉਹਨਾਂ ਦੇ ਵਿੱਚ ਦਿਸ ਪ੍ਰੋਵਾਈਡ ਯੂਨੀਫਾਰਮ ਲੀਗਲ protection for scientific technological and artistic achievements ਕਹਿੰਦੇ ਇਹਦੇ ਵਿੱਚ ਕਿਸ ਤਰ੍ਹਾਂ ਦੇ ਬੈਨੀਫਿਟ ਸੀਗੇ ਸਾਇੰਟਿਫਿਕ ਨੂੰ ਲੈ ਕੇ ਟੈਕਨੋਲੋਜੀ ਨੂੰ ਲੈ ਕੇ ਐਂਡ ਆਰਟਿਸਟਿਕਸ ਨੂੰ ਲੈ ਕੇ ਠੀਕ ਹੈ it is commonly known as the TRIPS agreement the Orgay round introduced intellectual property right into multilateral trading system the TRIPS agreement come into effect on Jan 1 1995 and it applies to WTO member mandatory ਤਾਂ ਇਹ ਸਾਰੇ ਜਿਹੜੇ WTO ਦੇ ਮੈਂਬਰਸ ਨੇ ਉਹਨਾਂ ਨੂੰ ਮੈਂਡੇਟਰੀ ਫੋਲੋ ਕੀਤਾ ਕਰਨਾ ਪਏਗਾ ਇਹ 1995 ਜਦੋਂ WTO ਡਿਵੈਲਪ ਹੋਇਆ ਉਦੋਂ ਹੀ ਬਣਾਇਆ ਗਿਆ ਸੀ ਤਾਂ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਕਿਹੜੇ ਏਰੀਆ ਦੇ ਵਿੱਚ ਆਪਣਾ ਕੀ ਕਹਿੰਦੇ ਏਰੀਆ ਆਫ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਦਾ ਏਰੀਆ ਕਿਹੜਾ ਹੈ ਕਿਹੜੇ ਐਗਰੀਮੈਂਟ ਨੇ ਫਰਸਟ ਇਜ਼ ਕਾਪੀਰਾਈਟ ਐਂਡ ਰਿਲੇਟਡ ਰਾਈਟਸ ਕਹਿੰਦੇ ਕੋਈ ਵੀ ਜਿਹੜੀ ਆਪਣੀ ਮੈਂਬਰ ਕੰਟਰੀ ਹੈ ਜਾਂ ਕੋਈ ਵੀ ਪਰਸਨ ਹੈ ਉਹ ਕਾਪੀਰਾਈਟ ਲੈ ਸਕਦਾ ਹੈ ਐਂਡ ਰਿਲੇਟਡ ਰਾਈਟ ਲੈ ਸਕਦਾ ਹੈ ਜਿਵੇਂ ਕਿ ਰਾਈਟ ਆਫ ਪਰਫਾਰਮੈਂਸ production of sound recording and broadcasting organization and second is a trademark including subsist mark ਕਹਿੰਦੇ ਕੋਈ ਵੀ ਕੰਟਰੀ ਆਪਣਾ ਜੋ ਪ੍ਰੋਡਿਊਸ ਕਰ ਰਹੀ ਹੈ ਉਸ ਤੇ ਟ੍ਰੇਡਮਾਰਕ ਲੈ ਸਕਦੀ ਆ ਜਿਓਗ੍ਰਾਫਿਕਲ ਇੰਡੀਕੇਸ਼ਨਸ ਇਨਕਲੂਡਿੰਗ ਐਪਲੀਕੇਸ਼ਨਸ ਆਫ ਰੀਜ਼ਨਸ ਇੰਡਸਟਰੀਅਲ ਡਿਜ਼ਾਈਨਸ ਤੇ ਰਾਈਟਸ and patent included to the protection of new varieties of plants ਨੇ ਜਿਹੜੀਆਂ ਉਹਨਾਂ ਨੂੰ ਪ੍ਰੋਡਿਊਸ ਕਰਨ ਤੇ ਵੀ ਪੇਟੈਂਟ ਰਾਈਟ ਲੈਣਾ layout design of integrated circles and undisclosed information including trade secrets and the data test these are the intellectual property right ਦਾ ਜੋ ਏਰੀਆ ਹੈ and main features of this agreement is agreement the main features ke sige first is standards and second is enforcement and third is dispute settlement and the first is standards each member to be provide minimum standard of protection each of main elements of production is defined namely the subject matter to protect and rights to be confirmed with the permissions ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਈ ਵੀ ਇੱਕ ਕੰਟਰੀ ਕਿਸੇ ਚੀਜ਼ ਨੂੰ ਬਣਾਉਣ ਦੇ ਵਿੱਚ ਸਪੈਸ਼ਲ ਹੁੰਦੀ ਹੈ ਤਾਂ ਉਸਨੇ ਉਸ ਤੇ ਰਾਈਟ ਲੈਣਾ ਨਾ ਕਿ ਇਹ ਮੇਰਾ ਸਟੈਂਡਰਡ ਹੈ ਮੇਰਾ ਇਹ ਪ੍ਰੋਡਕਟ ਹੈ ਮੇਰਾ ਜਿਹੜਾ ਬ੍ਰਾਂਡ ਹੈ ਕਾਪੀਰਾਈਟ ਲੈਣਾ ਕਿ ਇਸ ਨੂੰ ਮੈਂ ਹੀ ਪ੍ਰੋਡਿਊਸ ਕਰ ਸਕਦਾ ਕੋਈ ਹੋਰ ਪ੍ਰੋਡਿਊਸ ਨਹੀਂ ਕਰ ਸਕਦਾ and second is enforcement intellectual property right are enforced by domestic producers and remedies agreement lay down certain general
principle applicable of the IPR enforcement procedures. Next is the dispute settlements. Dispute settlement body which settle dispute between the WTO members. ਕਹਿੰਦੇ ਅਗਰ WTO member countries ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ dispute ਹੋ ਜਾਂਦਾ ਹੈ ਤਾਂ trade related intellectual property right ਇਸ ਦੇ ਥਰੂ ਹੀ ਕਹਿੰਦੇ settle ਹੁੰਦਾ ਹੈ. Agreement provides for certain basic principles such as national and most favored nation treated and some general rules. ਕਹਿੰਦੇ ਇਕੁਅਲੀ ਸਾਰੀ ਮੈਂਬਰ ਕੰਟਰੀਜ਼ ਨੂੰ ਕਹਿੰਦੇ ਜਿਹੜੇ ਰੂਲਸ ਨੇ ਇਹ ਅਪਲਾਈ ਕਰਨੇ ਪੈਣਗੇ ਲੌਂਗਰ ਪੀਰੀਅਡ ਦੇ ਲਈ ਐਂਡ ਦਾ ਨੈਕਸਟ ਇਜ਼ ਡਿਸਪਿਊਟ ਸੈਟਲਮੈਂਟ ਜਿਹੜਾ ਲਾਸਟ ਐਗਰੀਮੈਂਟ ਹੈ ਕਹਿੰਦੇ WTO provides mechanisms to settle trade dispute under the dispute settlement understanding ਜਿਹੜਾ ਡਿਸਪਿਊਟ ਸੈਟਲਮੈਂਟ ਅੰਡਰਸਟੈਂਡਿੰਗ ਆਪਣਾ ਐਗਰੀਮੈਂਟ ਹੈ ਉਸ ਦੇ ਥਰੂ ਡਿਸਪਿਊਟਸ ਨੂੰ ਸੈਟਲ ਕਰਨਾ ਆ dispute arises when a member country believes that another member country is violating of an agreement which has been made in WTO ਕਹਿੰਦੇ ਡਿਸਪਿਊਟ ਡਿਫਰੈਂਟ ਕੰਟਰੀਜ਼ ਦੇ ਵਿੱਚ ਤਦੋਂ ਹੁੰਦੇ ਨੇ ਜਦੋਂ ਕੋਈ ਇੱਕ ਮੈਂਬਰ ਕੰਟਰੀ ਕਹਿ ਦਿੰਦੀ ਹੈ ਕਿ ਤੁਸੀਂ ਮੇਰੇ ਨਾਲ ਜੋ ਰੂਲਸ WTO ਨੇ ਆਪਣੇ ਲਈ ਬਣਾਏ ਨੇ ਉਹਨਾਂ ਨੂੰ ਫੋਲੋ ਨਹੀਂ ਕਰ ਰਹੇ ਤੁਸੀਂ ਉਹਨਾਂ ਤੋਂ ਅਲੱਗ ਚੱਲ ਰਹੇ ਹੋ ਆਪਣੇ ਰੂਲ ਬਣਾ ਰਹੇ ਹੋ ਤਦੇ ਕਹਿੰਦੇ ਮਿਸ ਅੰਡਰਸਟੈਂਡਿੰਗ ਸਟਾਰਟ ਹੋ ਜਾਂਦੀ ਹੈ ਕਹਿੰਦੇ ਤਦ ਕਹਿੰਦੇ ਜਿਹੜੀ ਡਿਸਪਿਊਟ ਸੈਟਲਮੈਂਟ ਅੰਡਰਸਟੈਂਡਿੰਗ ਆ ਉਹਦੇ ਥਰੂ ਐਸਟੈਬਲਿਸ਼ ਕੀਤੇ ਜਾਂਦੇ ਨੇ ਰੂਲਸ ਐਂਡ ਐਗਰੀਮੈਂਟਸ rules and procedures that manage various disputes arising under the covered agreement of final act of Argyll round ਜਿਹੜੇ ਬਣਾਇਆ ਗਿਆ ਸੀ DS2 created the dispute settlement body consulting the WTO members ਦੇ through dispute settlement body ਜਿਹੜੀ ਬਣਾਈ ਗਈ ਸੀ it provides limited time frames to settle the disputes and establish in appeal system to standardize the interpretations of specific provisions of the agreement ਤਦ ਕਹਿੰਦੇ ਇਸ ਦੇ ਥਰੂ DSU ਦੇ ਥਰੂ ਕਹਿੰਦੇ ਇੱਕ ਟਾਈਮ ਪੀਰੀਅਡ ਦੇ ਦਿੱਤਾ ਜਾਂਦਾ ਹੈ ਜਿਹਦੇ ਅੰਡਰ ਹੀ ਡਿਫਰੈਂਟ ਕੰਟਰੀਜ਼ ਨੇ ਆਪਣੇ ਵਿੱਚ ਜੋ ਵੀ ਡਿਸਪਿਊਟਸ ਨੇ ਉਹਨਾਂ ਨੂੰ ਸੈਟਲਮੈਂਟ ਕਰਨਾ ਹੁੰਦਾ ਹੈ ਠੀਕ ਹੈ ਆਟੋਮੈਟਿਕ ਕਹਿੰਦੇ ਅਡਾਪਸ਼ਨ ਹੋ ਜਾਂਦੀ ਹੈ ਇਹਨਾਂ ਦੀ ਕਹਿੰਦੇ ਇਹਨਾਂ ਨੂੰ ਅਪਣਾਉਣਾ ਪੈਂਦਾ ਹੈ ਠੀਕ ਹੈ ਆਪਣੇ ਆਪ ਜਿਹੜੀਆਂ ਕੰਪਲੇਂਟਸ ਨੇ ਉਹ ਇਗਨੋਰ ਹੋਣ ਲੱਗਦੀਆਂ ਨੇ ਕਿਉਂਕਿ ਫਿਰ ਕਹਿੰਦੇ ਅਗਰ ਕੋਈ ਲਾਅ ਨੂੰ ਰਿਮੂਵ ਕਰਦੀ ਹੈ ਤੋੜਦੀ ਹੈ ਤਾਂ ਉਸ ਨੂੰ WTO ਦੀ ਮੈਂਬਰਸ਼ਿਪ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ ਕਹਿੰਦੇ disputes are to be settled with 2/3 or 3/4 majority of nations get required ultimately amongst all the members ਦੇ ਦੁਆਰਾ ਹੀ ਇਹਨਾਂ ਦੇ ਡਿਸੀਜਨਸ ਲਿੱਤਾ ਜਾਂਦਾ ਹੈ and the next is the WTO and India India ਦੇ ਵਿੱਚ ਜਿਹੜੀ WTO ਦਾ ਮੇਨ ਨੇਮ ਕੀ ਆ ਕਹਿੰਦੇ India has been one of the founding member of WTO India ਵੀ WTO ਦਾ ਮੈਂਬਰ ਹੈ it has been playing a very active role in negotiations of WTO एक एक्टिव मेंबर है बहुत ज्यादा रोल प्ले करता अंडर WTO फ्रेमवर्क इंडिया हैज गेन मोस्ट फेवर्ड नेशंस इन MENV गेन किया जाता है थ्रू द 159 members of the nation it took an active part in impartial trade dispute settlement process and stood for the free and fair trade across the world ਕਹਿੰਦੇ ਮੈਨੀ अपॉर्चुनिटीज ਨੇ ਜਿਹੜੀਆਂ ਇੰਡੀਆ ਨੇ ਉਹ ਗੇਨ ਕੀਤੀਆਂ ਨੇ ਥਰੂ ਦਾ WTO ਠੀਕ ਹੈ the facilitate the framework of WTO India has made domestic law consist WTO agreements geographical indications of goods registrations and protections act 1999 ਕਹਿੰਦੇ WTO ਨੂੰ ਦੇਖਦੇ ਹੋਏ ਇੰਡੀਆ ਨੇ ਜਿਹੜੇ ਡਿਫਰੈਂਟ ਐਗਰੀਮੈਂਟਸ ਨੇ ਉਹ ਆਪਣੇ ਡੋਮੈਸਟਿਕ ਕੰਟਰੀ ਦੇ ਵਿੱਚ ਵੀ ਬਣਾਏ ਨੇ ਇੰਡੀਆਜ਼ ਪਾਰਟਿਸਿਪੇਸ਼ਨਸ ਇਨ WTO would ultimately lead to better prosperity for the nations ਕਹਿੰਦੇ WTO ਦੇ ਵਿੱਚ ਇੰਡੀਆ ਦੀ ਮੈਂਬਰਸ਼ਿਪ ਕਹਿੰਦੇ ਆਪਣੀ ਜਿਹੜੀ ਕੰਟਰੀ ਹੈ ਇੰਡੀਆ ਹੈ ਉਹਨੂੰ ਪ੍ਰੋਸਪੈਰਿਟੀ ਦੀ ਤਰਫ ਲੈ ਕੇ ਆ ਰਹੀ ਹੈ ਕਹਿੰਦੇ ਇੱਕ ਕਹਿੰਦੇ ਮੈਂਬਰ ਆਫ WTO several countries are now trading with India WTO ਦੇ ਥਰੂ ਹੀ ਡਿਫਰੈਂਟ ਜਿਹੜੀਆਂ ਕੰਟਰੀਜ਼ ਨੇ ਉਹ ਇੰਡੀਆ ਦੇ ਨਾਲ ਹੁਣ ਟ੍ਰੇਡ ਕਰਦੀਆਂ ਨੇ ਦ ਬੂਸਟ ਆਫ ਪ੍ਰੋਡਕਸ਼ਨ ਜਿਹਦੇ ਥਰੂ ਇੰਡੀਆ ਦੇ ਵਿੱਚ ਕੀ ਹੁੰਦੀ ਹੈ ਬੂਸਟ ਆਫ ਪ੍ਰੋਡਕਸ਼ਨ ਇੰਪਲੋਇਮੈਂਟ ਸਟੈਂਡਰਡ ਆਫ ਲਿਵਿੰਗ ਐਂਡ ਅਪਰਚੁਨਿਟੀ ਕਾਸਟ ਜਿਹੜੀ ਉਹ ਮੈਕਸਿਮਾਈਜ਼ ਹੁੰਦੀ ਆ ਥਰੂ ਦ ਵਰਲਡ ਰਿਸੋਰਸਿਸ ਤੁਹਾਨੂੰ ਪਤਾ ਹੈ ਕਿ ਵਰਲਡ ਦੇ ਥਰੂ ਆਪਣੇ ਕੋਲ ਰਿਸੋਰਸਿਸ ਆ ਵੀ ਰਹੇ ਨੇ ਡਿਫਰੈਂਟ ਨੇਸ਼ਨਸ ਤੋਂ ਤੇ ਆਪਣੇ ਕੋਲੋਂ ਐਕਸਪੋਰਟ ਜਾ ਵੀ ਰਹੇ ਨੇ ਗੁੱਡਸ ਤੇ ਇੰਪੋਰਟ ਵੀ ਕਰ ਰਹੇ ਆ ਜਿਹਦੇ ਥਰੂ ਆਪਣਾ ਜਿਹੜਾ ਸਟੈਂਡਰਡ ਆਫ ਲਿਵਿੰਗ ਆ ਪਾਪੂਲੇਸ਼ਨ अपना ठीक है प्रोडक्शन है एम्प्लॉयमेंट है वो क्या इंक्रीज हो रहा है अपॉर्चुनिटीज मिल रही हैं कहने thus the government of India is expected to snatch most of the business deals based
Industries like telecom, financial services, infrastructure services such as transport and powers ਕਹਿੰਦੇ ਇਸੇ ਤਰ੍ਹਾਂ WTO ਦੇ ਥਰੂ ਹੀ enhanced ਹੋਈਆਂ ਨੇ increase in the availability of goods and services and the reduction in tariffs for promoting many development nations to go the business with the India, especially IT and ITS industry. ਕਹਿੰਦੇ ਜਦੋਂ ਆਪਣਾ ਟੈਰੀਫ ਨੂੰ ਰਿਮੂਵ ਕੀਤਾ ਗਿਆ ਹਟਾਇਆ ਗਿਆ ਤਾਂ ਡਿਫਰੈਂਟ ਜਿਹੜੀਆਂ ਅਦਰ ਕੰਟਰੀਜ਼ ਸੀਗੀਆਂ ਉਹਨਾਂ ਨੇ ਵੀ ਇੰਡੀਆ ਦੇ ਨਾਲ ਆਪਣਾ ਬਿਜ਼ਨਸ ਸਟਾਰਟ ਕੀਤਾ ਹੈ ਜਿਹਦੇ ਥਰੂ ਮੇਨ ਕਹਿੰਦੇ ਸਪੈਸ਼ਲੀ ਆਈਟੀ ਐਂਡ ਆਈਟੀਐਸ ਇੰਡਸਟਰੀਜ਼ ਨੇ ਜਿਹੜੀਆਂ ਉਹ ਡਿਵੈਲਪ ਹੋਈਆਂ ਨੇ ਇੰਡੀਆ ਦੇ ਵਿੱਚ ਇੰਡੀਆ ਇਜ਼ ਐਕਸਪੈਕਟਡ ਟੂ ਕਾਟਰ ਆਫ ਦਾ ਸੌਫਟਵੇਅਰ ਐਂਡ ਸਬਸਿਸ ਡਿਮਾਂਡਡ ਆਫ ਮੇਜਰ giants of the business worldwide 2025 ਐਂਡ ਹੁਣ WTO ਨੇ ਕਹਿੰਦੇ ਡਿਫਰੈਂਟ ਜਿਹੜੇ ਐਗਰੀਮੈਂਟਸ ਨੇ ਉਹ ਸਾਈਨ ਕੀਤੇ ਨੇ ਇੰਡੀਆ ਦੇ ਨਾਲ ਤੇ ਇੰਡੀਆ ਇਜ਼ ਅ ਮੈਂਬਰ ਕੰਟਰੀ ਆਫ WTO ਤਾਂ ਉਹੀ ਸਾਰੇ ਐਗਰੀਮੈਂਟਸ ਜਿਹੜੇ ਆਪਾਂ ਨੇ ਪੜ੍ਹੇ ਨੇ ਉਹ ਆਪਣੇ ਇੰਡੀਆ ਦੇ ਨਾਲ ਬਣੇ ਦਾ ਫਰਸਟ ਐਗਰੀਮੈਂਟ ਇਜ਼ ਗੇਟਸ ਕਹਿੰਦੇ ਗੇਟਸ ਕਹਿੰਦੇ ਦੇ ਥਰੂ ਇੰਡੀਆ ਨੂੰ ਬੈਨੀਫਿਟਸ ਹੋਇਆ ਹੈ ਗੇਟਸ ਥਰੂ ਜਿਹੜੀਆਂ ਬੈਰੀਅਰਸ ਤੇ ਨਾਨ ਟੈਰਿਫ ਬੈਰੀਅਰਸ ਸੀਗੀਆਂ ਕਹਿੰਦੇ ਉਹਨਾਂ ਨੂੰ ਐਬੋਲਿਸ਼ ਕੀਤਾ ਖਤਮ ਕੀਤਾ ਜਿਹਦੇ ਥਰੂ ਜਿਹੜੀ ਗਲੋਬਲਾਈਜੇਸ਼ਨ ਸਬਸਿਸ ਹੋ ਗਈ ਹੋਈ ਹੈ ਇਨਕਰੀਜ਼ ਹੋਈ ਆ ਕਹਿੰਦੇ ਇੰਡੀਆ ਸੌਫਟਵੇਅਰ ਸਰਵਿਸਿਜ਼ ਦੇ ਵਿੱਚ ਮੇਨ ਐਕਸਪੋਰਟਰ ਰਿਹਾ ਹੈ ਇੰਜੀਨੀਅਰਿੰਗ ਹੈਲਥ ਦੇ ਵਿੱਚ ਕੰਸਟਰਕਸ਼ਨਸ ਦੇ ਵਿੱਚ ਐਜੂਕੇਸ਼ਨ ਸਰਵਿਸਿਜ਼ ਦੇ ਵਿੱਚ ਇੰਡੀਆ ਹੈਜ਼ ਕੰਸਾਈਡੇਬਲ ਐਕਸਪੋਰਟ ਪੋਟੈਂਸ਼ੀਅਲਸ ਡਿਊ ਮੇਨਲੀ ਟੂ ਦ ਅਵੇਲੇਬਿਲਿਟੀ ਆਫ ਸਕਿਲਡ ਐਂਡ ਅਬੰਡੈਂਟ ਲੇਬਰ ਵੀ ਕਹਿੰਦੇ ਇੰਡੀਆ ਤੋਂ ਸਪਲਾਈ ਹੋ ਰਹੀ ਹੈ ਐਂਡ ਦ ਸੈਕੰਡ ਇਜ਼ ਟ੍ਰੇਡ ਰਿਲੇਟਡ ਇਨਵੈਸਟਮੈਂਟ ਮਈਅਰ ਕਹਿੰਦੇ ਇੰਡੀਆ ਹੈਜ਼ ਅਡੋਪਟਡ ਸੈਵਰਲ ਫੋਰਨ ਇਨਵੈਸਟਮੈਂਟ ਲਿਬਰਲਾਈਜੇਸ਼ਨਸ ਮਈਅਰ ਸਿੰਸ ਦ launch of the new industrial policies 1991 regulations are both FDI foreign direct investment and foreign private investment जो इंडिया ਦੇ ਵਿੱਚ ਹੁਣ ਹੋ ਰਹੀ ਹੈ ਟ੍ਰੇਡ ਰਿਲੇਟਡ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਕਹਿੰਦੇ ਜਿਹੜਾ ਐਗਰੀਮੈਂਟਸ ਹੋਇਆ ਸੀ 2005 ਦੇ ਵਿੱਚ ਕਹਿੰਦੇ ਡਿਫਰੈਂਟ ਕੰਟਰੀਜ਼ 10 ਈਅਰ ਟ੍ਰਾਂਜੈਕਸ਼ਨਸ ਠੀਕ ਹੈ ਕਹਿੰਦੇ ਟ੍ਰਿਪਸ ਦਾ ਵੀ ਮੇਨ ਰੋਲ ਰਿਹਾ ਹੈ ਜਿਹਦੇ ਥਰੂ ਕਹਿੰਦੇ ਕੀ ਆ ਆਪਣਾ ਕਾਪੀਰਾਈਟਸ ਠੀਕ ਹੈ ਐਂਡ ਪੇਟੈਂਟਸ ਰਾਈਟਸ ਲੈ ਸਕਦੀਆਂ ਨੇ ਡਿਫਰੈਂਟ ਇੰਡਸਟਰੀਜ਼ ਇਨ ਦਾ ਡੋਮੈਸਟਿਕ ਕੰਟਰੀ and the next is agreement on agriculture ਕਹਿੰਦੇ agriculture sector ਨੂੰ improve ਕਰਨ ਦੇ ਲਈ subsidies ਦੇਣ ਦੇ ਲਈ export subsidies and import subsidies mostly India ਹੁਣ different countries ਤੋਂ ਵੀ ਜਿਹੜੀਆਂ techniques ਨੇ ਉਹ ਲੈ ਕੇ ਆ ਸਕਦਾ ਨਿਊ ਜਿਹੜੀਆਂ ਹੈਗੀਆਂ ਆਪਣੀਆਂ ਬੀਜਾਂ ਦੀਆਂ ਕਿਸਮਾਂ ਉਹਨਾਂ ਨੂੰ ਵੀ ਲੈ ਕੇ ਆ ਸਕਦਾ ਜਿਹਦੇ ਥਰੂ ਕਹਿੰਦੇ ਆਪਣੇ ਐਗਰੀਕਲਚਰ ਸੈਕਟਰ ਦੇ ਵਿੱਚ ਪ੍ਰੋਡਕਟਿਵਿਟੀ ਐਂਡ ਪ੍ਰੋਡਕਸ਼ਨ ਜਿਹੜੀ ਇਨਕਰੀਜ਼ ਹੋਈ ਹੈ ਐਂਡ ਇੰਪਲੋਇਮੈਂਟ ਵੀ ਜਨਰੇਟ ਹੋਈ ਹੈ and the next is an agreement on clothing and textile industries ਕਹਿੰਦੇ ਹੁਣ ਦੇਖੋ ਜਿਹੜਾ ਐਗਰੀਮੈਂਟ WTO ਦੇ ਦੁਆਰਾ ਸਾਈਨ ਹੋਇਆ ਸੀ ਇੰਡੀਆ ਨੂੰ ਇਹਦਾ ਮੇਨ ਬੈਨੀਫਿਟ ਰਿਹਾ ਕਿਉਂਕਿ ਇੰਡੀਆ ਦੇ ਵਿੱਚ ਮੋਸਟਲੀ ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕੀਤੀ ਜਾਂਦੀ ਹੈ ਲੇਬਰ ਜ਼ਿਆਦਾ ਪਾਈ ਜਾਂਦੀ ਆ ਤੇ ਕਲੋਥਿੰਗ ਤੇ ਟੈਕਸਟਾਈਲ ਮੋਸਟਲੀ ਲੇਬਰ ਤੇ ਡਿਪੈਂਡ ਕਰਦੀ ਹੈ ਤਾਂ ਜੋ ਵੀ ਰॉ ਮਟੀਰੀਅਲ ਹੁੰਦਾ ਹੈ ਉਹ ਫੈਬਰਿਕ ਠੀਕ ਹੈ ਆਪਣਾ ਇੱਥੇ ਇੰਡੀਆ ਦੇ ਵਿੱਚ ਪਾਇਆ ਜਾਂਦਾ ਤੇ ਇੰਡੀਆ ਤੋਂ ਡਿਫਰੈਂਟ ਕੰਟਰੀ ਦੇ ਵਿੱਚ ਐਕਸਪੋਰਟ ਹੁੰਦਾ ਜਿਹਦੇ ਵਿੱਚ ਕਹਿੰਦੇ ਪੋਜ਼ਿਟਿਵ ਇੰਪੈਕਟ ਪੈਂਦਾ ਹੈ ਆਪਣੀ ਇਕਨੋਮੀ ਤੇ ਵੀ ਤੇ ਲੇਬਰ ਤੇ ਵੀ ਤੇ ਇੰਟੈਂਸਿਵ ਜਿਹੜੀ ਲੇਬਰ ਇੰਟੈਂਸਿਵ ਇੰਡਸਟਰੀਜ਼ ਆ ਉਹਦੇ ਥਰੂ ਕਹਿੰਦੇ ਆਪਣਾ ਜਿਹੜਾ ਲਿਵਿੰਗ ਸਟੈਂਡਰਡ ਹੈ EMPLOYEES ਦਾ ਵਰਕਰਸ ਦਾ ਉਹ ਵੀ ਇਨਕਰੀਜ਼ ਹੋਇਆ ਵੇਜ ਰੇਟ ਵੀ ਇਨਕਰੀਜ਼ ਹੋਇਆ ਹੈ ਇਹ ਸੀਗਾ ਆਪਣੇ ਐਗਰੀਮੈਂਟਸ ਜਿਨ੍ਹਾਂ ਦੇ ਥਰੂ ਇੰਡੀਆ ਨੂੰ ਕਾਫੀ ਬੈਨੀਫਿਟਸ ਹੋਇਆ WTO ਦੇ ਥਰੂ ਇਹ ਸੀ ਆਪਣਾ ਅੱਜ ਦਾ ਟੌਪਿਕਸ ਜਿਹਦੇ ਵਿੱਚ ਆਪਾਂ ਨੇ ਡਿਫਰੈਂਟ ਐਗਰੀਮੈਂਟਸ ਦੇਖੇ ਨੇ ਤੇ ਆਪਣਾ ਓਰੀਜਨ ਦੇਖਿਆ ਕਿ WTO ਦਾ ਕਿਵੇਂ ਹੋਇਆ 8th ਰਾਉਂਡ ਦੇ ਵਿੱਚ ਜਨੇਵਾ ਦੇ ਵਿੱਚ ਗੇਟ ਤੋਂ ਹੀ ਰਿਪਲੇਸ ਕਰਕੇ ਨਿਊ ਨਾਮ ਦਿੱਤਾ ਗਿਆ WTO ਜਿਸ ਦਾ ਓਰੀਜਨ ਹੋਇਆ 1 ਜਨ 1995 ਦੇ ਵਿੱਚ ਜਨੇਵਾ ਦੇ ਵਿੱਚ 8th ਰਾਉਂਡ ਕਾਨਫਰੰਸ ਦੇ ਵਿੱਚ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਬੇਸਿਕ ਇਹਦਾ ਮੇਨ ਆਬਜੈਕਟਿਵ ਸੀਗਾ ਫ੍ਰੀ ਟ੍ਰੇਡ ਫਲੋ ਆ ਜਿਹੜਾ ਵਰਲਡ ਦੇ ਵਿੱਚ ਡਿਫਰੈਂਟ ਕੰਟਰੀਜ਼ ਦੇ ਵਿੱਚ ਇਨਕਰੀਜ਼ ਕਰਨਾ टैरिफ ਤੇ नॉन टैरिफ बैरियर्स ਨੂੰ डिक्रीज करना एलिमिनेट करना गेट्स मींस जो एग्रीमेंट्स ने अपनी प्रोडक्शन ਨੂੰ ਲੈ ਕੇ ਸਬਸਿਡੀਜ਼ ਨੂੰ ਲੈ ਕੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਨੂੰ ਲੈ ਕੇ ਠੀਕ ਹੈ ਐਂਡ ਕਲੋਥਿੰਗ ਤੇ ਟੈਕਸਟਾਈਲ ਨੂੰ ਲੈ ਕੇ ਡਿਫਰੈਂਟ ਕੰਟਰੀਜ਼ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਨੂੰ ਇਹਨਾਂ ਨੂੰ ਫੋਲੋ ਕਰਨਾ ਤਾਂ ਜਿੰਨੇ ਵੀ ਮੈਂਬਰ ਕੰਟਰੀਜ਼ ਨੇ ਉਹ ਇਹਨਾਂ ਐਗਰੀਮੈਂਟਸ ਤੇ ਸਾਈਨ ਕਰਕੇ ਹੀ ਇਸ WTO ਦੇ ਅੰਡਰ ਵਰਕ ਕਰ ਸਕਦੀਆਂ ਨੇ ਤੇ ਆਪਣੀ ਜੋ ਹੈ ਇਕਨੋਮੀ ਉਹਨੂੰ ਡਿਵੈਲਪ ਕਰ ਸਕਦੀਆਂ ਨੇ ਤੇ ਅੱਜ ਤਾਂ ਆਪਣਾ ਇਹ ਟੌਪਿਕ ਇੱਥੇ ਖਤਮ ਹੁੰਦਾ ਹੈ ਧੰਨਵਾਦ